वरना बारह साल हो गया अंदर पढ़ने लगी बारह देख लो तो आपका कोई शराब का भी कर दे भी अजय बची जाते बाहर देखा करने इतने नहीं है ठीक है आज गर्म हो गई इस तरह गर्म ठंडी हो गई ठंडी हो अंदर हीटर बंद हो जाता बस ठंडी ना तो गर्म सा हो जाता शीशे की जरूरत नहीं है शीशा महाराज शीशा रखने की लोड़ नहीं है शीशा रखने की लोड़ नहीं महाराज जी पीला पीला जैसा वॉलपेपर कलर भी ठीक है टैली का कलर ठीक है ना अगले चंगे मंगते जी जेडे उस सोना रस तो लेंदे सी लाने ला लो नहीं ला सी ला तो खत्म हो गई चलो मैंने वो ला दी दरवाजे वो ला दी ਕੰਨ ਦੇ ਵਿੱਚ ਲੇਟ ਦੇਣਗੇ ਅੱਧੀ ਇੱਧਰ ਨਾਲ ਧਾਗਾ ਪਾਉਣਾ ਹੋਵੇ किन्ने मोटे बाल भी ਉਹਦੇ ਚ ਹਾਂ ਇਹਦੇ ਦਾ ਜਿਵੇਂ ਸਣ ਕੱਢੀ ਹੁੰਦੀ ਹੈ कुर्सी पे बैठे थे
ਉਹ ਚਿੱਟੇ ਚਿੱਟੇ ਕੀ ਫੁੱਲ ਦੋ ਉਹਦੇ ਕੋਲ ਸਾਈਂ ਦਾਸ ਨੂੰ ਬੈਠੇ ਰੁਪਿਆ ਮਹਾਰਾਜ ਜੀ ਪਿੱਛੇ ਸਾਈਂ ਦਾਸ ਸਾਈਂ ਬਾਬਾ ਸਾਈਂ ਬਾਬੇ ਨੂੰ ਬੈਠੇ ਅੱਛਾ ਉਹ ਵਿੱਚ ਮਾਲਾ ਵਾਲੇ ਜੀ ਉੱਥੇ ਹੀ ਖੜੇ ਨੇ ਹੈ ਜੀ ਆਹ ਮਾਲਾ ਜੀਆਂ ਵਾਲੇ ਉੱਥੇ ਖੜੇ ਨੇ ਮਾਲਾ ਵਾਲੇ ਕਿਹੜੇ ਉਹ ਜਿਹੜੇ ਥੜੀ ਵਾਲੇ ਚ ਫਿਰਦੇ ਸਨ ਉਹ ਕਾਹਨੂੰ ਨੇ ਪਿੱਛੇ ਅੱਛਾ ਨਹੀਂ ਉਹ ਸਾਈਂ ਦਾਸ ਫਿਰ ਕਿਵੇਂ ਰਹਿ ਗਿਆ ਸਾਈਂ ਦਾਸ ਨੂੰ ਤਾਂ ਆਪ ਜੀ ਬੈਠੇ ਸੀ ਗੋਡੇ ਤੇ ਪੈਰ ਰੱਖੀ ਉਹ ਤਾਂ ਹੈਗਾ ਆਪਣਾ ਜਿਹੜਾ ਸਰਾਣਾ ਦੇ ਬਾਪ ਜੀ ਮਹਾਰਾਜ ਜੀ ਆਹ ਦੇਖੋ ਅੱਜ ਕੱਲ ਜਿਹੜੇ ਹੋਣਗੇ ਨਾ ਪੁਲਿਸ ਦੇ ਆਦਮੀ ਜੀ ਮਹਾਰਾਜ ਜਿਹੜੇ ਮੁਲਜ਼ਮ ਕੋਈ ਖੂਨ ਖਾਨ ਕਰਕੇ ਫੜ ਕੇ ਲਿਆਉਂਦੇ ਨੇ ਹਾਂਜੀ ਉਹ ਫਿਰ ਉਹਨਾਂ ਦੇ ਮਗਰਲੇ ਪਾਸੇ ਲਾ ਦਿੰਦੇ ਨੇ ਉਹ ਜੀ ਮਹਾਰਾਜ ਜਿਹਦੇ 'ਚ ਹਵਾ ਭਰੀ ਹੋਈ ਹੈ ਜੀ ਮਹਾਰਾਜ ਫਿਰ ਉਹ ਟਿਕੀ ਰਾਤ ਤੇ ਜਦ ਦੇਖਦੇ ਨੇ ਪਹਿਰਾ ਪੂਰਾ ਕੋਈ ਨਹੀਂ ਬਾਹਰੋਂ ਲਾਏ ਹੁੰਦੇ ਨੇ ਕੁੰਡੇ ਉਹਨਾਂ ਦੇ ਜੀ ਉਹ ਫਿਰ ਕਹਿੰਦਾ ਉਹ ਤੁਸੀਂ ਉਹ ਸਾਲਾ ਬੜਾ ਸੂਰਮਾ ਸੀ ਤੇ ਅਸੀਂ ਕਿਵੇਂ ਮਾਰ ਲਿਆ ਜੀ ਬੜੇ ਹੋ ਗਏ ਨੇ ਹਾਂਜੀ ਕਹਿੰਦਾ ਮਹਾਰਾਜ ਅਸੀਂ ਵਾਹਾਂ ਫੜਿਆ ਉਹ ਤੇ ਉਹਨੇ ਹਾਂਜੀ ਤੇ ਫਿਰ ਉਹ ਨਹਿਰ ਸਿੱਟਦਾ ਜੀ ਨਹਿਰ ਚ ਨਹੀਂ ਸਿੱਟਿਆ ਕਹਿੰਦਾ ਉਹਦੇ ਖੇਤ ਦੇ ਵਿੱਚ ਜੀ ਕਹਿੰਦਾ ਅਸੀਂ ਉਹਦੇ ਸਾਂਝੀ ਸੀ ਜੀ ਮਹਾਰਾਜ ਸਾਡੇ ਘਰੋਂ ਉਹਨੂੰ ਹਰਦਰ ਸ਼ਮਿਆਰਾਂ ਦੇ ਜਾਂਦਾ ਸੀ ਜੀ ਮਹਾਰਾਜ ਕਹਿੰਦਾ ਅਸੀਂ ਮਾਰ ਕੇ ਉਹਨੂੰ ਉਸੇ ਦੇ ਦੋਲੇ ਵਿੱਚ ਪੰਡ ਬੰਨ ਕੇ ਜੀ 4 ਫੁੱਟ ਧਰਤੀ ਚ ਟੋਆ ਪੱਟ ਕੇ ਉੱਥੇ ਉਹਦੇ ਸਮਾਧੀ ਲਾਤੀ ਜੀ ਮਹਾਰਾਜ ਤੇ ਉਹ ਉਵੇਂ ਜਿਵੇਂ ਹੁਣ ਹੈਗਾ ਉੱਥੇ ਕਹਿੰਦਾ ਕਣਕ 7 ਫੁੱਟ ਉੱਚੀ ਹੈ ਬੱਲੇ ਉਹਨਾਂ ਤਾਂ ਹੋ ਗਏ ਨਾ ਉਹ ਆਪ ਦੀ ਸੁਣੀ ਹੋਈ ਗੱਲ ਤੜਕੇ ਲਿਆ ਕੇ ਬੱਸ ਕਢਾਤੀ ਉਸਨੇ ਜੀ ਮਹਾਰਾਜ ਚਲੋ ਬਈ ਜਿੱਥੇ 7 ਫੁੱਟ ਕਣਕ ਹੈ ਉੱਥੇ ਚਲੀਏ ਬਸ ਫਿਰ ਉਹੀ ਫੜ ਕੇ ਉਹ ਫੜਾਏ ਸਨ ਜੱਟ ਜੀ ਮਹਾਰਾਜ ਉਹ ਜੱਟਾਂ ਨੇ ਵੜਿਆ ਕੇ ਚਿਮਿਆਰਾਂ ਤੇ ਗੱਲਾਂ ਕਰਾ ਵੇ ਚਿਮਿਆਰ ਫੜ ਲਿਓ ਜੱਟ ਤੇ ਛੱਡਣੇ ਸੀ ਇਹ ਐਡੇ ਚਲਾਕੀ ਕਰਦੇ ਨੇ ਸਤਿ ਨਾਲੇ ਗਾਹੀ ਦੀ ਲੋੜ ਕੋਈ ਨਹੀਂ ਬਿਲਕੁਲ ਸਤਿ ਸਾਡੇ ਪਿੰਡ ਚਿਮਿਆਰਾਂ ਦੇ 12 ਵਿਗੇ ਬੀਜੇ ਛੋਲੇ ਜੀ ਮਹਾਰਾਜ ਤੇ 12 ਵਿਗੇ ਬੀਜ ਕੇ ਫਿਰ ਉਹ ਰੋਹੀ ਸੀ ਉਹ ਦੂਰ ਜੀ ਮਹਾਰਾਜ ਜਦ ਉਹਨਾਂ ਨੂੰ ਫੜ ਲਗਾ ਟਾਟਾ ਜੀ ਦਾ ਮੁਸਲਮਾਨ ਆ ਕਰਨ 3 ਜੀ 2 ਉੱਠਾਂ ਤੇ ਰੋਜ਼ ਵਿਚਾਲੇ ਵਾਢਣ ਲਾਇਆ ਜੀ ਮਹਾਰਾਜ ਉਹ ਕਿਹੜਾ ਮਾਰਦਾ ਲਾਵੇਂ ਕਿਹੜਾ ਮਾਰ ਕੇ ਮੁੜ ਜਾ ਕਰ ਚਿਮਿਆਰ ਜੀ ਮਹਾਰਾਜ ਬੜੀ ਖੜੇ ਨੇ ਜੀ ਤੇ ਫਿਰ ਜਦੋਂ ਵਿਚਾਲੇ ਗਏ ਤਾਂ ਦੇਖਿਆ 6 ਵਿਗੇ ਚੱਲਦੇ ਤੇ 6 ਜਿਹੜਾ ਨਹੀਂ ਖੜੀ ਜੀ ਮਹਾਰਾਜ ਤੇ 30 ਆਪਣਾ ਚਿਮਿਆਰ ਗਏ ਜੀ ਮਹਾਰਾਜ 30 ਪੈ ਕੇ ਤੇ ਨਾਏ ਤੇ ਲੈ ਗਏ ਰੰਬੀਆਂ ਨਾਏ ਆਰਾਂ ਜੀ ਮਹਾਰਾਜ ਨਾਲੇ ਡਾਂਗਾ ਜੀ ਮਹਾਰਾਜ ਲੰਮੇ ਪੈ ਗਏ ਕਹਿੰਦਾ ਇਹਨਾਂ ਨੂੰ ਵੱਢ ਕੇ ਜੇ ਲੱਦਣਗੇ ਜਦ ਛੱਪਾ ਦੇ ਕੇ ਤੇ ਫੜਾਂਗੇ ਜੀ ਮਹਾਰਾਜ ਬਸ ਜੀ ਫਿਰ ਉਹਨਾਂ ਨੇ ਜਦੋਂ ਉਹ ਐਂ ਵੱਢ ਕੇ ਲੱਦਣ ਲੱਗੇ ਉੱਠਾਂ ਤੇ ਜੀ ਮਹਾਰਾਜ ਜ਼ਿਆਦਾ ਚੁੰਬੜੇ ਸਤਿ ਮਾਰ ਕੇ ਲੰਮੇ ਫਿਰ ਉਹਨਾਂ ਨੇ ਕੀ ਕੀਤਾ ਵੀ ਕੰਨ ਹੁੰਦੇ ਨੇ ਵੇਖ ਲੋ 2 ਆਦਮੀ ਦੇ ਜੀ ਮਹਾਰਾਜ 6 ਕੰਨ ਤਾਂ ਇੱਕ ਲੀਰ ਦੇ ਲੜ ਬੰਨ ਲੈ ਜਣਾ ਤੋਂ ਵੱਢ ਕੇ ਜੀ ਮਹਾਰਾਜ ਤੇ ਇੱਥੋਂ ਦੇ ਇੱਥੇ ਰੰਬੀ ਧਰਨ ਇੱਥੇ 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 ਆ ਕੱਚੇ ਇੰਨੇ ਨੇ ਅੱਡ ਵੜਤੇ ਤੇ ਬਸ ਫਿਰ ਉਹਨਾਂ ਦੇ ਨੱਕ ਅੱਡ ਵੱਡੇ ਉਹ ਲੀਰ ਦੇ ਲੜ ਬੰਨੇ ਫਿਰ ਉੱਥੇ ਠਾਣਾ ਲੱਗੇ ਜੀ ਮਹਾਰਾਜ
ਤੇ ਠਾਣੇ ਨੂੰ ਦਿਖਾਇਆ, ਰਾਣਾ ਨੇ ਥਾਪੀ ਦਿੱਤੀ ਸਵੇਰ ਨੂੰ। ਕਹਿੰਦਾ ਹੁਣ ਇਹ ਤੁਸੀਂ ਤਾਂ ਚੰਗਾ ਹੀ ਬਦਲਾ ਲਿਆ। ਇਹ 6 ਮਹੀਨੇ ਤਾਂ ਹਸਪਤਾਲਾਂ 'ਚ ਰਹੇ, ਉਹਨਾਂ ਦੇ ਕੰਨ ਕੁੰਨ ਠੀਕ ਰਹੇ, ਤੇ 6 ਮਹੀਨੇ ਦੀ ਕੈਦ ਹੋਈ। ਇਹੋ ਜਿਹੇ ਸ਼ਿੰਗਾਰ ਦੇਖੀ। ਇੱਕ ਕਹਿੰਦੇ ਚੂੜੇ ਕਹਿੰਦੇ ਕਿ ਭਗਤੀ ਕਰਦਾ ਹੁੰਦਾ ਸੀ ਇੱਕ ਜ਼ਿਮੀਂਦਾਰ। ਉਹ ਕਹਿੰਦਾ ਆ ਕੇ ਫਲਾਨਿਆ ਤੂੰ ਰੱਬ ਕੋਲੇ ਰੋਜ਼ ਜਾਣਾ, ਤੂੰ ਰੱਬ ਨੂੰ ਬੇਨਤੀ ਕਰੇ ਵੀ ਇਹ ਚੂੜਿਆਂ ਨੂੰ ਕਿਉਂ ਨਹੀਂ ਦਾਣੇ ਦਿੰਦਾ। ਉਹ ਕਹਿੰਦਾ ਉਹ ਸੰਗਿਆ ਕਰੇ ਵਿਗਲਾ। ਤੇ ਰੱਬ ਨੇ ਆਵਾਜ਼ ਦਿੱਤੀ, ਕਹਿੰਦੇ ਤੈਨੂੰ ਰੋਜ਼ ਤੰਗ ਕਰਦੇ ਨੇ ਉਹ ਚੂੜੇ, ਤੇ ਤੂੰ ਉਹਨਾਂ ਨੂੰ ਕਹਿ ਵੀ ਤੁਸੀਂ ਖੇਤੀ ਕਰੋ, ਤੁਹਾਨੂੰ ਦਾਣੇ ਦੇ ਦਿਆਂਗੇ। ਤੇ ਜ਼ਮੀਨਾਂ ਬਾਹਰ ਲੈ ਕੇ ਜੀ ਉਹਨਾਂ ਨੇ ਖੇਤੀ ਕਣਕ ਬੀਜੀ। ਕਣਕ ਫਿਰ ਰੱਬ ਨੇ ਦਿੱਤੀ ਉਹਨਾਂ ਨੂੰ ਬਹੁਤ, ਕਿਸੇ ਨੂੰ 1000 ਮਣ, ਕਿਸੇ ਨੂੰ 700 ਮਣ, ਤੇ ਲੈ ਕੇ ਆਪਣੇ ਘਰੇ ਵੜ ਕੇ ਫਿਰ ਉਹ ਫੁੱਲ ਕੇ ਜਾ ਕੇ ਉਹਨਾਂ ਦੇ ਭਗਤ ਕਹਿੰਦਾ ਹਵਾ ਨਿਕਲਿਆ। ਰੱਬ ਨੇ ਦਿੱਤੀ ਕਣਕ, ਅੱਗੇ ਦਿੱਤੀ ਹੈ 1000 ਮਣ ਕਣਕੜੀ, ਅਸੀਂ ਮਿਹਨਤ ਕੀਤੀ ਉਹਨੇ ਦਿੱਤੀ ਹੈ। ਮੁੱਕਰ ਕੇ ਰੱਬ ਕੀ ਹੈ, ਰੱਬ ਕੀ ਕਰ ਸਕਦਾ। ਅਸੀਂ ਆਪਣੀ ਮਿਹਨਤ ਕੀਤੀ ਹੈ, ਸਾਨੂੰ ਤਾਂ ਮਿਲੀ ਹੈ। ਫਿਰ ਉਹ ਕਹਿੰਦਾ ਕਿ ਭਾਈ ਰੱਬ ਦੀ ਰਜਾ, ਤੁਸੀਂ ਐ ਨਾ ਕਰਿਆ ਕਰੋ, ਦਿੰਦਾ ਰੱਬ ਹੀ ਹੈ। ਕਹਿੰਦਾ ਬੜਾ ਔਖਾ ਲੜਨ ਲਈ ਸਾਡੇ ਨਾਲ, 60 ਚੂੜੇ ਸਨ। ਕਹਿੰਦਾ ਇੱਕ ਗੰਡਾਸਾ ਨਹੀਂ ਝੱਲਣਾ ਉਹਨੇ। ਚੱਕੇਦਾਰ ਨੇ ਉਹਨਾਂ ਨੇ ਫਿਰ ਚੱਕੀਆਂ ਦੇ ਉੱਤੇ ਐਡੇ ਐਡੇ ਗੰਡਾਸਿਆਂ ਦਾ ਜੜਾ ਕੇ ਨਾ ਡਾਂਗਾਂ ਨੂੰ ਚੱਕੀਆਂ ਦੇ ਬੁੜਾ ਦੇ ਘਸਾ ਦੇ ਤਿੱਖੇ ਕਰੋ। ਹਾਂ ਜੇ ਇੱਕ ਲੱਗੋ ਤਾਂ 2 ਟੁੱਟੇ ਹੋ ਇਹ ਰੱਬ ਉਹ ਭਗਤ ਫਿਰ ਵਿਚਾਰਾ ਢਿੱਲਾ ਪਿਆ। ਫਿਰ ਰੱਬ ਨੇ ਉਹਨੂੰ ਕਿਹਾ, ਕਹਿੰਦਾ ਉਹ ਚੂੜੇ ਲੜਨ ਨੂੰ ਕਹਿੰਦੇ ਨਾ, ਕਹਿੰਦਾ ਹਾਂ ਜੀ ਉਹ ਤਾਂ ਰੋਜ਼ ਮੈਨੂੰ ਤੰਗ ਕਰਦੇ। ਮਹਾਰਾਜ ਕਹਿੰਦੇ ਕਿ ਚੰਗਾ ਕਿ ਉਹਨਾਂ ਨੂੰ ਕਹੋ ਵੀ ਤਕੜੇ ਹੋ ਕੇ ਪਿੰਡ 'ਚ ਤਾਂ ਅਸੀਂ ਲੜਨਾ ਨਹੀਂ, ਨਿਆਈਆਂ ਛਾ ਜਾਣ ਖੇਤਾਂ 'ਚ। ਤੇ ਉਹ ਫਿਰ ਕਹਿੰਦਾ ਫਿਰ ਅਸੀਂ ਲੜਾਂਗੇ। ਉਹ ਕੀ ਕਹਿੰਦਾ, ਉਹ ਚੂੜੇ ਕਹਿੰਦੇ ਨਿਆਈਆਂ ਦੇ ਵਿੱਚ ਉਹ ਕਹਿੰਦਾ ਮੈਂ ਲੜੂੰਗਾ। ਕਿ ਕੱਲ ਕਾ ਆਊਗਾ ਵਸੋ ਆਊਗਾ, ਤਕੜੇ ਰਹੋ। ਪਹਿਲਾਂ ਹਵਾ ਆਊ, ਪਿੱਛੋਂ ਕਣੀਆਂ ਆਉਣਗੀਆਂ, ਉਦੋਂ ਮਗਰ ਉਹਨੇ ਆਉਣਾ। ਬਸ ਉਹਨਾਂ ਨੇ ਕਟਾਵਾਂ ਵਾਲੇ ਕੱਛੇ ਸਮਾ ਲਏ, ਤੇਲ ਮੋਇਆ, ਕਹਿੰਦੇ ਛਾਲਾ ਮਾਰਦੇ ਫਿਰ ਸਾਰੇ। ਪਹਿਲਾਂ ਤਾਂ ਆਇਆ ਨਾ ਉਹ ਹਵਾ, ਫਿਰ ਕਣੀਆਂ, ਮਗਰੋਂ ਅੱਡ ਅੱਡੇ ਕੜੇ ਸਿਰ ਚ ਮਾਰੇ, ਉੱਥੇ ਮਰ ਗਏ। ਇਹ ਫਿਰ ਹਾਜ਼ਮ ਵੀ ਨਾ ਹੁੰਦਾ ਥੋੜੀ ਚੀਜ਼। ਮਹਾਰਾਜ ਜੀ ਕੱਲ ਜਿੱਥੇ ਗਏ ਸੀ ਨਾ ਦੀਵਾਨ ਦੇਣ, ਮਹਾਰਾਜ ਜੀ ਉੱਥੇ ਮਹਾਰਾਜ ਜਥੇਦਾਰ ਨੇ ਕੱਲ ਸੁਣਾਤਾ ਵੀ ਉੱਥੇ ਦੀਵਾਨ, ਅਤੇ ਇੱਥੇ ਸਾਊਥ ਹਾਲ ਦੇ ਵਿੱਚ ਵੀ ਸੁਣਾਇਆ ਹੋਇਆ ਵੀ ਇੱਥੇ ਵੀ ਲੱਗੂਗਾ ਜੀ ਦੀਵਾਨ। ਤੇ ਹੁਣ ਮਹਾਰਾਜ ਸਮਝ ਨਹੀਂ ਆਉਂਦੀ ਕਿੱਦਾਂ ਕਰੀਏ, ਕਿਉਂਕਿ ਦੋਨੋਂ ਜਗ੍ਹਾ ਸੁਣਾਤਾ ਜੀ ਦੀਵਾਨ ਹੈਗਾ। ਹਾਂਜੀ। ਤੇ ਕਿਹਨੇ ਸੁਣਾ ਸੀ? ਕੱਲ ਜਥੇਦਾਰ ਜੀ ਨੇ ਮਹਾਰਾਜ ਕਹਿਤਾ ਸੀਗਾ ਬਈ ਇੱਕ ਦੀਵਾਨ ਸਿਰਫ ਦਵਾਂਗੇ ਉਹਨਾਂ ਨੂੰ। ਇਹਨਾਂ ਦਾ ਇੱਕ ਦੇਣਾ ਅੱਜ। ਹਾਂਜੀ ਮਹਾਰਾਜ ਜੀ, ਪਕੜ ਗਏ ਸੀ। ਹਾਂਜੀ ਮਹਾਰਾਜ ਜੀ, ਇਹਨਾਂ ਨੂੰ ਇੱਕੋ ਹੀ ਕਿਹਾ ਹੋਇਆ ਸੀ ਪਹਿਲਾਂ ਮਹਾਰਾਜ ਜੀ, ਨਾ 2 ਨਹੀਂ। ਜਥੇਦਾਰ ਜੀ ਨੇ ਫਿਰ ਇੱਕੋ ਹੀ ਕਰਤਾ ਸੀ ਜੀ ਬਾਅਦ ਦੇ ਵਿੱਚ। ਬਾਅਦ ਮੈਂ ਸੁਣਿਆ ਨਹੀਂ। ਹਾਂਜੀ, ਉਹਨਾਂ ਨੂੰ ਕਹਿਤਾ ਸੀ ਇੱਕ, ਤੇ ਫਿਰ ਇੱਥੇ ਲਾਉਣਾ ਸੀ ਅੱਜ ਦਾ ਦੀਵਾਨ ਮਹਾਰਾਜ ਜੀ ਸਾਊਥ ਹਾਲ। ਤੇ ਇਹਨਾਂ ਨੇ ਸਾਰੀ ਸੰਗਤ ਨੂੰ ਇਹਨਾਂ ਨੇ ਵੀ ਸੁਣਾਤਾ ਜੀ ਬਈ ਇੱਥੇ ਵੀ ਦੀਵਾਨ ਲੱਗੂਗਾ। ਮਹਾਰਾਜ ਜੀ ਗਿਆਨੀ ਜੀ ਨੂੰ ਬੇਨਤੀ ਕੀਤੀ ਸੀ, ਗਿਆਨੀ ਜੀ ਕਹਿੰਦੇ ਕੋਈ ਨਹੀਂ, ਉਹ ਗਿਆਨੀ ਜੀ ਇੱਥੇ ਜੇ ਲਾਉਣ ਮਹਾਰਾਜ ਜੀ ਅੱਜ। ਉਹਦੇ ਨਾਲ ਸਾਜਾਂ ਵਾਲੇ ਮਹਾਰਾਜ ਜੀ, ਉਹ ਚਰਨਜੀਤ ਹੈਗਾ, ਉਹ ਗਲਾਸਗੋ ਵਾਲਾ, ਉਹ ਢੋਲਕੀ ਵਜਾ ਲੈਂਦਾ ਜੀ ਵਧੀਆ। ਤੇ ਹੋਰ ਵੀ ਹੈਗਾ ਉਹ ਚਿਮਟੇ ਵਾਲਾ ਮੁੰਡਾ ਮਹਾਰਾਜ ਜੀ। ਤੇ ਇੱਥੇ ਲੱਗੂ ਕਿਤੇ ਸਾਊਥ ਹਾਲ ਮਹਾਰਾਜ ਜੀ, ਜਿੱਥੇ ਦੀਵਾਨ ਲੱਗਣੇ ਨੇ ਕੱਲ ਤੋਂ ਜੀ। ਅੱਛਾ, ਉਹ ਉੱਥੇ ਲਾਉਣਾ। ਹਾਂਜੀ ਮਹਾਰਾਜ, ਉਹਨਾਂ ਨੂੰ ਅੱਜ ਤੋਂ ਕਿਹਾ ਸੀ ਵੀ ਅੱਜ ਤੋਂ ਸ਼ੁਰੂ ਹੋਣਗੇ ਦੀਵਾਨ। ਉਹ ਫਿਰ ਉਹ ਜਥੇਦਾਰ ਨੇ ਇੱਕ ਗਲਤੀ ਹੋ ਗਈ। ਹਾਂਜੀ ਮਹਾਰਾਜ ਜੀ, ਉਹ ਉੱਥੇ ਜਦ ਹੀ ਉਹਨਾਂ ਨੂੰ ਕਹਿਤਾ ਜੀ ਬਈ ਕੱਲ ਨੂੰ ਇੱਕ ਹੋਰ ਲੱਗੂਗਾ ਦੀਵਾਨ। ਹਾਂ ਕਿਹਾ ਸੀ, ਅਸੀਂ ਤਾਂ ਇਹੀ ਸੁਣਿਆ।
ਹਾਂਜੀ ਵੀ ਮਹਾਰਾਜ ਇੱਕ ਅੱਜ ਥੋੜੇ ਲੱਗ ਗਿਆ, ਹਾਂਜੀ ਇੱਕ ਕੱਲ ਨੂੰ ਲੱਗੂ। ਪਹਿਲਾਂ ਉਹਨਾਂ ਨੂੰ ਕਿਹਾ ਸੀ ਮਹਾਰਾਜ ਜੀ ਬਈ ਇੱਕੋ ਹੀ ਲੱਗੂਗਾ, ਜਗ੍ਹਾ ਥੋੜੀ ਹੋਣ ਕਰ ਜਗ੍ਹਾ ਥੋੜੀ ਹੋਣ ਕਰਕੇ, ਤੇ ਕਹਿੰਦੇ ਸੀ ਬਈ ਇੱਥੇ ਸੁਣਾ ਦੇ, ਫਿਰ ਇੱਥੇ ਵੀ ਸੁਣਾਤਾ ਸੀ ਜੀ। ਇਹ ਗਿਆਨੀ ਜੀ ਤਾਂ ਮੇਰਾ ਖਿਆਲ ਆ ਜੇ ਆਪਾਂ ਉਹਨੂੰ ਕਹੀਏ ਨਾ, ਕਿਹਨੂੰ ਜੀ ਮਹਾਰਾਜ? ਇਹ ਗਿਆਨੀ ਜੀ ਉਹਨਾਂ ਕੋਲ ਚਲਿਆ ਗਿਆ, ਉਹ ਤਾਂ ਇੰਨਾ ਕੁ ਥਾਂ ਚੱਲੇ ਤੁਹਾਡਾ ਨਹੀਂ ਮਹਾਰਾਜ, ਹਾਂਜੀ ਮਹਾਰਾਜ ਲੱਗਣ ਜੀ ਮਹਾਰਾਜ ਜੀ ਐਦੋਂ ਵੱਧ ਹੈ ਨੇ ਉਹਦੇ ਤੇ ਮਸਾਂ 200 ਬੰਦਾ ਪੈ। ਜੀ ਮਹਾਰਾਜ ਜੀ ਗਿਆਨੀ ਜੀ ਨੂੰ ਉੱਥੇ ਭੇਜ ਦਿਓ ਜਿੱਥੇ ਅੱਜ ਇੱਧਰ ਆ ਜਾਣਾ। ਹਾਂ ਫਿਰ ਤਾਂ ਗਿਆਨੀ ਨੇ ਨਹੀਂ ਜਾਣਾ ਹੈ। ਮਹਾਰਾਜ ਜੀ ਪੁੱਛ ਲਿਆ ਸੀ ਗਿਆਨੀ ਜੀ ਨੂੰ, ਕਹਿੰਦੇ ਜਿੱਦਾਂ ਮਹਾਰਾਜ ਕਹਿਣਗੇ ਉਦਾਂ ਕਰ ਲਾਂਗੇ ਜੀ। ਅੱਛਾ ਕਹਿੰਦੇ ਸੀ ਗਿਆਨੀ ਜੀ ਇੱਥੇ ਲਾ ਦੇਣਗੇ, ਇੱਕੋ ਹੀ ਦੀਵਾਨ ਆ ਕਹਿੰਦੇ ਇਹ ਇੱਥੇ ਲਾ- ਇੱਥੇ ਹਾਂਜੀ ਮਹਾਰਾਜ ਜੀ ਇੱਥੇ ਤਾਂ ਨਵੇਂ ਥਾਂ ਤੇ ਲਾ ਲੂ, ਹਾਂਜੀ ਮਹਾਰਾਜ ਜੀ ਉਹ ਪੁਰਾਣੇ ਥਾਂ ਕੋਈ ਤਾਂ ਹੋਰ ਹੀ ਆ ਖੜਾ। ਇਸ ਕਰਕੇ ਮਹਾਰਾਜ ਜੀ ਇੱਥੇ ਕਿਹਾ ਸੀ ਵੀ ਜਹੇਦਾਰ ਜੀ ਉੱਥੇ ਹੀ ਲਾ ਲੈਣਗੇ ਤੇ ਗਿਆਨੀ ਜੀ ਇੱਧਰ ਲਾ ਲੈਣਗੇ ਜੀ। ਉਹ ਇਹ ਸੁਣਾਉਂਦਾ ਚੰਗਾ ਹੈ ਹਾਂਜੀ ਮਹਾਰਾਜ ਜੀ ਗਿਆਨੀ। ਗਿਆਨੀ ਜੀ ਮਹਾਰਾਜ ਵਿਦਵਾਨ ਨੇ ਨਾ ਖਾਸੇ। ਹਾਂਜੀ ਇਹ ਤਾਂ ਜੇ ਹੁਣ ਜਿੰਨੀ ਪਿੰਡੀ ਜਾਂਦਾ ਨਾ, ਹਾਂਜੀ ਉਹ ਫਿਰ ਇਹਨੂੰ ਲਿਜਾਂਦੇ ਜੀ ਮਹਾਰਾਜ ਜੀ ਕੋਲੇ ਵੇਖੀ ਹੈ। ਜੀ ਜਿਹੜੇ ਕਹਿਣਗੇ ਬਸ ਇਹਨੂੰ ਕਹਿਣਗੇ ਤੁਸੀਂ ਤਾਂ ਲਾਓ, ਫਿਰ ਉਹ ਗੁਰਦੁਆਰੇ ਤੋਂ ਜੀ ਇਹ ਮਹਾਰਾਜ ਸਿੰਘ ਨਾਲ ਲੈ ਲੈਂਦਾ ਜਾਂਦਾ। ਜੀ ਮਹਾਰਾਜ ਇਹਨੂੰ ਢੰਗ ਮਹਾਰਾਜ ਬਹੁਤ ਇਹਨੂੰ ਸੋਹਣਾ। ਸੂਰਜ ਪ੍ਰਤਾਪ ਤਾਂ ਸਾਰਾ ਇਹਦੇ ਹੇਲੀ ਚ ਜੀ ਮਹਾਰਾਜ ਜੀ ਗੁਰੂ ਘਰ ਦੀ ਜਿਹੜੀ ਚੀਜ਼ ਹੈ ਨਾ, ਜੀ ਮਹਾਰਾਜ ਜੀ ਭਾਈ ਗੁਰਦਾਸ ਤੋਂ ਲਾ ਕੇ ਸਾਰੇ ਮੁਝੇ ਉਮਰ ਜੀ ਇੱਧਰ ਜਾਣਾ। आप जी फिर महाराज जी किधर जाएंगे जी? ਇੱਧਰ ਹੀ ਠੀਕ ਆ। उधर पौड़ियां ने महाराज जी, इधर पौड़ियां नहीं है जी। ਆਓ ਜੀ। ਉਹ ਨਾ ਕਹੇ ਉਹ ਉਧਰ ਨੂੰ ਹੋ ਗਏ ਓਏ। ਉਹ ਤਾਂ ਫਿਰ आप जी का हुक्म है महाराज जी, इधर नमी था है ना महाराज जी। ਇੱਧਰ ਕਾਫੀ ਤਕਲੀਫ ਹੋ ਗਈ ਸੀ ਆਪ ਜੀ ਨੂੰ ਉਹ ਪੌੜੀ ਚੜ੍ਹਨ ਨਾਲ। नहीं गर्मी बहुत है ना, उत्थे बहुत गर्मी ਉਹ पैंदी है। ਪੌੜੀਆਂ ਦਾ ਪੌੜੀ ਕਰਕੇ ਇਹਨੂੰ ਬਹੁਤ ਤਕਲੀਫ। इधर महाराज फिर एक नवा था आया ना जी, पहला दीवाना जी। ਇੱਥੇ ਚੱਲ ਜਾਣਾ। ਫਿਰ ਇੱਥੇ ਹੋਰ ਵੀ ਲੱਗਣੇ हाँ, ਨੇ। इधर महाराज इधर ही ने 2 हफ्ते जी। ਕਿ ਜਿੱਥੇ ਅੱਜ ਉਧਰ ਚੱਲ ਜਾਣਾ ਮਹਾਰਾਜ ਇੱਧਰ ਆ ਜਾਣਾ। ਵੀਡੀਓ ਪਾ ਲਈ। ਇੱਡੀ ਕਹਿੰਦੇ ਨਾ ਇੱਧਰ ਜਾ ਕੇ ਆਵਾਂਗੇ ਆਪਣਾ ਜਿੱਥੇ ਨਾਲ जी महाराज जी ਉਹ ਫਿਰ ਕਹਿੰਦਾ ਸਾਰੇ ਹੀ ਉਹ ਪਾਸੇ ਨੂੰ ਹੋ ਗਏ। ਆ ਵੀ ਪੌੜੀਆਂ ਕਰਕੇ ਆ ਵੀ ਕੱਲ ਤਕਲੀਫ ਹੋ ਨਾ ਗਈ ਸੀ ਨਾ। ਉਹ ਤਾਂ ਕੋਈ ਗੱਲ ਨਹੀਂ, ਥੋੜੀ ਨਹੀਂ। ਨਹੀਂ ਕੱਲ ਆ ਵੀ ਤਕਲੀਫ ਹੋ ਗਈ ਸੀ ਨਾ ਇਸ ਕਰਕੇ। ਨਹੀਂ ਕੋਈ ਤੇ ਉਹਦੇ ਤਾਂ ਨਾਲੇ ਐਵੇਂ ਅੱਗੇ ਚੌਕੀ ਤੇ ਚੜਦੇ ਰਹੇ ਅਸੀਂ ਕਈ ਦਿਨ ਉਧਰ ਲੱਗੇ ਸਾਂ ਕਿੰਨੇ हाँ जी ਉਹ ਚੌਕੀ ਦੇ ਪੌੜੀਆਂ ਸਾਰੀਆਂ ਤੇ 12 13 ਇਹ ਨੂੰ ਲੈ ਜਾਓ जी महाराज ਆਪਣਾ ਗਿਆਨੀ ਨੂੰ ਲੈ ਜਾਓ, ਫਿਰ ਆਪਣਾ ਫਿਰ ਇੱਥੇ ਹੀ ਲੱਗਿਆ ਕਰਨੇ। हाँ जी महाराज जी ਉਹ ਤਾਂ ਬਾਠ ਵੀ ਦੂਰ ਖਾਸੀ ਹੈ। हाँ जी महाराज जी ਇਹ ਕਿੰਨਾ ਬਾਲਾ ਬਗੜਾ ਮਸਾਂ ਹੈ ਇੱਥੇ। ਉੱਥੇ ਗਰਮੀ ਦੂਰ ਬਹੁਤ ਹੈ, ਇੰਨਾ ਕੁ ਘਰ ਜਾ ਪਾਈ ਬੈਠੇ ਨੇ। ਉੱਥੇ ਗਰਮੀ ਦੀ ਮਾਰਾ ਥੋੜੀ ਘਰ ਖਰੀਦ ਕੇ ਉੱਥੇ ਗੁਰਦੁਆਰਾ ਬਣਾਇਆ। ਹੁਣ ਵਧਾਉਣਗੇ ਉਹਨਾਂ ਨੂੰ, ਹਾਂ। ਹੁਣ ਵਧਾਉਣਾ। ਨਾ ਥੱਲੇ ਥਾਂ ਤਾਂ ਬਹੁਤ ਹੈ। ਹਾਂਜੀ ਲੰਗਰ ਦੇ ਸਾਫ ਹੋ ਗਏ। ਫਿਰ ਤਾਂ ਉਹ ਏਠਾਂ ਲੱਗੇ ਦਿਮਾਗ। ਜੀ ਮਹਾਰਾਜ ਥੱਲੇ ਲੰਗਰ ਉਹ ਆ ਉੱਪਰ ਬੇਸ਼ੱਕ ਰੋਟੀ ਵਰਤਾਓ, ਫਿਰ ਏਠਾਂ ਪਕਾ ਕੇ ਉੱਪਰ ਵਰਤਾ ਲੈ। ਪੌੜੀ ਕਰਕੇ ਮਹਾਰਾਜ ਜੀ ਨੂੰ ਪੌੜੀਆਂ ਨੂੰ ਕੱਟੀ ਪਰ ਮਾੜੀ ਔਖੇ ਹੋਏ ਕਰਦਾ। ਇਹ ਪੌੜੀਆਂ ਕਰਕੇ ਤਾਂ ਮਾਰਾ ਕਹਿੰਦੇ ਕੁਛ ਆ ਸਾਨੂੰ। ਪੌੜੀਆਂ ਕਰਕੇ ਨਹੀਂ ਕਹਿੰਦੇ ਕੁਛ ਹੋਇਆ। ਉਹ ਗਰਮੀ ਸੀ ਨਾ। ਗਰਮੀ ਬਹੁਤ ਜ਼ਿਆਦਾ ਸੀ। ਕੱਲ ਤਕਲੀਫ ਸੀ ਮਹਾਰਾਜ ਜੀ ਜਦੋਂ ਆਏ ਨਾ। ਘੂਰ ਵੀ ਦਿੰਦੇ ਜੀ ਵਿੱਚ ਹੀ। ਵਿੱਚ ਘੋਲ ਲੈਂਦੇ ਨੇ। ਉਹ ਉਹਨਾਂ ਦੀ ਬਾਣੀ ਜ਼ਿਆਦਾ ਹਾਂਜੀ। ਬਹੁਤ ਤੇ ਕਹਿੰਦੇ ਮੈਂ ਪਿੱਛੇ ਮੈਂ ਨੜੀ ਰਹਿ ਗਿਆ ਸੀ, ਇਹਨੇ ਹੋਰ ਵਧਾਤਾ ਕਹਿੰਦੇ ਨੇ। ਲਾਇਆ ਇੰਨੇ ਮਣ ਕਣਕ ਲਾਲਾ ਦੇ ਆਟਾ ਨੂਣ। ਅਨੇੜੇ ਲੈ ਆਉਂਦੀਆਂ ਤੇ ਇਹਨਾਂ ਦਾ ਇੱਥੇ ਕੀ ਬਣਾਉਣਾ। ਇਹਨਾਂ ਨੂੰ ਬਰਮ ਗਿਆਨ ਹੋ ਜੂ। ਇੱਥੇ ਸਾਰੇ ਗੁੱਤਰੀਆਂ ਜੇ ਬੰਨੇ ਫਿਰਦੇ। ਔਰ ਨਿਆਣੇ ਨਹੀਂ ਹਟਦੇ। ਨਿਆਣੇ ਨਹੀਂ ਹਟਦੇ। ਹੁਣ ਇੱਧਰ ਰਿਵਾਜ ਹਟ ਗਿਆ ਨਾ ਕੁੱਟਣ ਦਾ। ਹਾਂਜੀ ਜਦ ਇੱਕ ਅੱਧਾ ਲੱਗ ਜਾ ਫਿਰ ਤਾਂ ਅਗਲੇ ਚੁੱਪ ਕਰ। ਫਿਰ ਉਹ ਵਾਲਾ ਤਾਂ ਗੁੱਸਾ ਕਰਦਾ ਘਰ ਵਾਲਾ ਹਾਂਜੀ। ਵੀ ਗੁੱਸਾ ਕਰਦਾ ਤੁਸੀਂ ਇੱਥੇ ਨੱਚਣ ਆਏ ਹੋ ਕਹਿੰਦਾ।
ਆਪਣੇ ਪਿੰਡਾਂ 'ਚ ਤਾਂ ਇਹ ਨਹੀਂ ਕੋਈ ਪੁੱਛਦਾ ਜੀ। ਜਿਹੜਾ ਇੱਜ਼ਤ ਕਰੇ ਚਾਹੇ ਵੱਡਾ ਹੋ ਜੀ ਮਹਾਰਾਜ ਚਾਹੇ ਛੋਟਾ ਜਿਹਦੇ ਕੁੱਟ ਸਿਰ ਤੇ ਦਾਰੂ ਪੀ ਕੇ ਕਟਾਰੀ ਦੇ ਮੁੰਡੇ ਆ ਕੇ ਜੀ ਉੱਥੇ ਗੁਰਦੁਆਰੇ ਦੇ ਮੂਹਰੇ ਖੜ ਕੇ ਬੁਰਾ ਬੁਰਾ ਲੱਗੇ ਕਹਿਣ ਜੀ ਮਹਾਰਾਜ ਜਿਉਂ ਇਹ ਲੈ ਕੇ ਆਪਣਾ ਡਾਂਗਾ ਪਏ ਨੂੰ ਜੀ ਮਹਾਰਾਜ ਪਿੰਡ ਦੇ ਵਿੱਚ ਜਾ ਕੇ ਕੁੱਟੇ ਘਰਾਂ 'ਚ ਜੀ ਮਹਾਰਾਜ ਤੇ ਤੜਕੇ ਪਿੰਡ ਦੀ ਪੰਚਾਇਤ ਆਈ ਹੈ, ਕਹਿੰਦੇ ਬਾਬਾ ਜੀ ਇਹ ਜਿਹੜੇ ਦਾਰੂ ਪੀਣ ਵਾਲੇ ਹੋਇਆ ਤਾਂ ਕਸੂਰਵਾਰ, ਜੀ ਮਹਾਰਾਜ ਲੇਕਿਨ ਪਿੰਡ 'ਚ ਨਹੀਂ ਤੁਸੀਂ ਜਾਣਾ ਜੀ ਕੋਈ ਜਿੱਦ ਨਾਲ ਹੋਰ ਹੀ ਭਲਾ ਕਿਸੇ ਦੇ ਮਾਰ ਦੇਵੇ ਜੀ ਮਹਾਰਾਜ ਨਾ ਤੁਹਾਡੇ ਇੱਧਰ ਉੱਧਰ ਗਿਆ ਸਤ ਫਿਰ ਅਸੀਂ ਆਖਿਆ ਤਾਂ ਉਰੇ ਫੜ ਲੈਂਦੇ ਅੰਦਰ ਡਾ ਦਿੰਦੇ ਆਪੇ ਜੀ ਮਿੰਤਾਂ ਕਰਦੇ ਸਤ ਤੇ ਸਾਨੂੰ ਤਾਂ ਉਹ ਥਾਣੇਦਾਰ ਵੀ ਕਹਿੰਦਾ ਸੀਗਾ ਕਿ ਜਾਂਦਾ ਜੇ ਇੱਥੇ ਦਾਰੂ ਦੂਰੂ ਪੀਵੇ ਤਾਂ ਤੁਸੀਂ ਅੰਦਰ ਲਾ ਦਿਓ ਮੈਨੂੰ ਕਿ 20 ਮਿੰਟ ਲਾ ਦਿੰਦੇ ਮੁੜ ਕੇ ਦਾਰੂ ਨਹੀਂ ਪੀ ਸਤ ਹਾਂ ਕੁੱਟਦੇ ਨੂੰ ਜੀ ਮਹਾਰਾਜ ਮੈਂ ਕਿਹਾ ਹੁਣ ਨਹੀਂ ਆਉਂਦੇ ਮੁੜ ਕੇ ਕਰੀਬ 2-3 ਸਾਲ ਹੋ ਗਏ ਜੀ ਜਿਹੜਾ ਕਹਿੰਦਾ ਪੀ ਕੇ ਆਉਂਦਾ ਹੈ ਤਾਂ ਪਹਿਲਾਂ ਤਾਂ ਉਹ ਪੀ ਕੇ ਆਖੜਦਾ ਹੈ ਜੀ ਮਹਾਰਾਜ ਕਿ ਦਾਰੂ ਪੀਤੀ ਅਸੀਂ ਤੇ ਮੱਥਾ ਨਾ ਟੇਕੀਏ ਅਸੀਂ ਕਿਤੇ ਦਰਬਾਰ ਨੂੰ ਕੁਝ ਹੋਰ ਕਹਿੰਦੇ ਆ ਮੱਥਾ ਟੇਕਣਾ ਮੁੜਿਆ ਉਹਨੇ ਦੇਖਿਆ ਅਸੀਂ ਸ਼ਰਾਬੀ ਦੇ ਅੰਦਰ ਨਹੀਂ ਬਣਦੇ ਜੀ ਮਹਾਰਾਜ ਇੱਕ ਨੂੰ ਕਹੇ ਉਹ ਸੂਬੇਦਾਰ ਦੇ ਕੋਈ ਬੁੜਾ ਜਿਹਾ ਜੀ ਮਹਾਰਾਜ ਤਾਂ ਉਹ ਕਹਿੰਦਾ ਬਾਬਾ ਤੇਰੀ ਦਾਰੂ ਪੀਤੀ ਹੈ, ਬਾਹਰ ਚਲੇ ਜਾ। ਜੀ ਮਹਾਰਾਜ ਕਹਿੰਦਾ ਤੇਰੇ ਵਰਗੇ ਪੁਜਾਰੀਆਂ ਨੇ ਦੇਸ਼ ਵਿਗਾੜਿਆ ਨਾ ਤੇ ਮੈਂ ਉਸ ਨੂੰ ਫਿਰ ਬਾਬੇ ਨੇ ਕਿਹਾ ਮੈਂ ਬਾਬਾ ਤੇਰੀ ਦੇਹ ਪੇਸਨ ਹੋਈ ਹੈ, ਸਭ ਕੁਝ ਦਾੜਾ ਚੜਿਆ ਹੈ ਤੇ ਤੈਨੂੰ ਇਹ ਚੰਬਣ ਲੱਗ ਗਏ ਤੇ ਤੈਨੂੰ ਕਿਹਨੇ ਛਡਾਉਣਾ? ਤਾਂ ਕਹਿੰਦਾ ਮੰਜਾ ਦੇ ਟਿੱਬੇ ਤੇ ਜਾ ਕੇ ਪੈ ਜਾ। ਮੰਜਾ ਲੈ ਗਿਆ ਫਿਰ ਬਾਹਰ ਟਿੱਬੇ ਤੇ ਜਾ ਕੇ ਪੈ ਗਿਆ ਡਾ ਕੇ। ਕਿਹੜਾ ਤੈਨੂੰ ਸ਼ਰਾਬੀ ਜੀ ਮਹਾਰਾਜ ਤਿੰਨ ਸ਼ਰਾਬੀ ਆ ਕੇ ਤੇ ਕਹਿੰਦੇ ਬਾਹਰ ਖੋਲੋ ਰਾਤ ਦੇ 10 ਵਜੇ। ਜੀ ਮਹਾਰਾਜ ਤੇ ਉਹ ਕਹਿੰਦੇ ਕਿਉਂ ਬਈ ਤੁਸੀਂ ਕਿੱਥੋਂ ਪੈਣਾ ਹੈ ਅੰਦਰ? ਜੀ ਮਹਾਰਾਜ ਪੈਣਾ ਨਹੀਂ ਹੈ, ਸੰਤ ਨੂੰ ਮੱਥਾ ਟੇਕਣਾ। ਕਿ ਸੰਤ ਤਾਂ ਕਿ ਬਰਾਜੇ ਪੂਰੇ ਚ ਜੇ ਜੀ ਮਹਾਰਾਜ ਕਹਿੰਦਾ ਬਰਾਜੇ ਉਹ 2 ਪੌੜੀਆਂ ਨਹੀਂ ਚੜ ਸਕਦਾ ਤਾਂ ਅਸੀਂ 3 ਮੀਲ ਤੋਂ ਆਏ ਰਾਹਪੁਰ ਦੇ ਸੰਦੋ ਇਹ ਕਹਿੰਦਾ ਅਸੀਂ ਤਾਂ ਕਿ ਇੰਨੀ ਦੂਰੋਂ ਤੋਂ ਆਇਆ ਤੇ ਉਹ ਹੁਣ ਐਸਾ ਮੱਥਾ ਟੇਕ ਕੇ ਹਟਣਾ। ਜੀ ਮਹਾਰਾਜ ਫਿਰ ਮੈਨੂੰ ਜਗਾ ਕੇ ਲਗੇ ਉਹ ਪਹਿਲੇ ਦਾ ਕਹਿੰਦੇ ਯਾਰ ਬੰਦੇ ਖੰਦੇ ਕਿੱਥੋਂ ਨੂੰ ਇਹ ਲੜਦੇ ਨੇ। ਜੀ ਮਹਾਰਾਜ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜਿਹੜਾ ਜੋੜਿਆਂ ਵਾਲਾ ਕਮਰਾ ਖਾਲੀ ਕਰੋ, ਇਹਨਾਂ ਨੂੰ ਬਾਹਰ ਕੇ ਫੇਰ ਕਰਕੇ ਉੱਥੇ ਫਿਰਦੇ ਰਹੇ ਰਾਤ ਸਾਰੀ ਜੀ ਮਹਾਰਾਜ ਨਹਿਰ ਤੇ ਫਿਰ ਉਹਦੇ ਪਿੰਡੋਂ 12-15 ਆਦਮੀ ਆਏ ਜੀ ਮਹਾਰਾਜ ਉਹਨਾਂ ਨੂੰ ਲੈਣ ਜੀ ਮਹਾਰਾਜ ਤੇ ਆ ਕੇ ਫਿਰ ਉਹਨਾਂ ਨੇ ਉਹ ਰੋਈ ਜਾਣ ਦੀ ਤਿੰਨੇ ਜੀ ਮਹਾਰਾਜ ਰੋਈ ਜਾਣ ਕਹਿੰਦਾ ਸਾਨੂੰ ਅਗੇ ਦਰਸ਼ਨ ਨਹੀਂ ਹੋਏ। ਜੀ ਫਿਰ ਸੰਤਾਂ ਨੂੰ ਕਹਿੰਦੇ ਹੁਣ ਸੜਕ ਤੇ ਲਿਆਓ। ਫਿਰ ਉਹਦਾ ਖੈਰ ਦਿਨ ਚੜਿਆ ਸੀ ਸੰਤ ਸੜਕ ਤੇ ਆ ਗਈ ਦਿਨੇ ਦੇ ਤੇ ਫਿਰ ਉਹਨਾਂ ਨੇ ਮੱਥਾ ਟੇਕਿਆ, ਰੋਏ ਬਹੁਤ। ਤੇ ਫਿਰ ਸੰਤ ਕਹਿੰਦੇ ਕਿ ਇਹਨਾਂ ਦੇ ਪਿੰਡ ਲੈ ਜਾਓ, ਬਦਾਮ ਰੋਗਨ ਸਿਰ 'ਚ ਮਲੋ, ਇਹਨਾਂ ਨੂੰ ਗਰਮੀ ਚੜੀ ਹੈ। ਫਿਰ ਉਹ ਤਿੰਨੇ ਇੱਕੇ ਥਾਂ ਪਾ ਕੇ ਬਦਾਮ ਰੋਗਨ ਮਲਣ ਲੱਗ ਗਏ। ਕਰਕੇ ਰਾਤ ਨੂੰ ਜਦੋਂ ਮਲ ਕੇ ਗਏ ਤਾਂ ਉਹ ਤਿੰਨੇ ਉੱਥੇ ਪਏ। ਇੱਕ ਨੇ ਉੱਠ ਕੇ ਕੰਢੀ 'ਚ ਮਾਰਿਆ ਸੋਫਾ ਜਾ ਕੇ, ਇੱਕ ਨੇ ਸਿਰ ਵੱਢ ਕੇ ਮੰਜੇ ਤੋਂ ਥੱਲੇ ਡਿੱਗੇ, ਵੱਢ ਦਿੱਤਾ ਤਾਂ ਫਿਰ ਉਹ ਭੱਜ ਗਿਆ। ਉਹ ਭੱਜ ਗਿਆ ਤਾਂ ਫਿਰ ਉਹ ਉਸੇ ਦੇ ਸਿਰ ਲੱਗਣਾ ਸੀ। ਫਿਰ ਉਹ 5 ਵਰਿਆਂ ਮਗਰੋਂ ਮੁੜਿਆ। ਫਿਰ ਉੱਥੋਂ ਦੇ ਹੌਲਦਾਰ ਨੂੰ ਲਿਆ ਮੇਰੇ ਕੋਲ। ਇਹ ਉਹਨਾਂ ਨੇ ਮੇਰਾ ਕੁੰਡਾ ਖੜਕਾਇਆ, ਕਹਿੰਦੇ ਮੈਂ ਕੌਣ ਹਾਂ ਭਾਈ? ਕਹਿੰਦਾ ਮੈਂ ਸਹੇਲ ਸਿਉਂ ਆ ਗਿਆ।
ਤੇ ਫਿਰ ਮੈਂ ਬਾਹਰ ਖੋਲਿਆ, ਫਿਰ ਉਹ ਕਹਿੰਦਾ ਐ ਪੜਵੇ ਨੇ ਬਾਥਰੂਮ ਖਰਾਬ ਕੀਤਾ, ਖੂਨ ਪੀਤਾ ਹੋਇਆ ਤੇ ਇਹ ਰਿਹਾ ਦਮਦਮੇ ਸਾਹਿਬ। ਜੀ ਮਹਾਰਾਜ ਤੇ ਹੁਣ ਕਹਿੰਦਾ ਕਿ ਇਹ ਕਹਿੰਦਾ ਵੀ ਸੰਤਾਂ ਤੋਂ ਕੋਈ ਕਿਰਪਾ ਹੋ ਜਾਏ ਤਾਂ ਮੈਂ ਕੋ ਫਾਇਦਾ ਹੋ ਜਾਏ, ਨਹੀਂ ਤਾਂ ਮੈਨੂੰ ਫਾਹਾ। ਜੀ ਮਹਾਰਾਜ ਉਹ ਕਹਿਣ ਲੱਗੇ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਸਹੁਰਾ ਤਾਂ 100 ਗਊ ਮਾਰ ਦਿੱਤੀ, ਜੀ ਮਹਾਰਾਜ ਇੱਕ ਬੰਦੇ ਦਾ ਪਾਪ 100 ਗਊ ਜੀ। ਸਤਿ ਤੇ ਤੂੰ ਮਗਾ 1 ਲੱਖ ਜਪਜੀ ਸਾਹਿਬ ਦਾ ਪਾਠ ਜੀ ਉਧਰੇ ਚਲਾ ਜਾਂਦਾ, ਜੀ ਨਹੀਂ ਤੈਨੂੰ ਇੱਥੇ ਫੜ ਕੇ ਫਾਹੇ ਹੋਣਾ ਤੂੰ। ਸਤਿ ਪਟਿਆਲੇ ਵਾਲਾ ਫਾਹੇ ਦਿੰਦਾ ਹੁੰਦਾ, 40-40 ਆਦਮੀ ਜੱਜ ਇਕੱਠੇ ਹੋ ਕੇ ਫਿਰ ਉਹ ਫਾਹਾ ਚੜਾਉਂਦੇ ਹੁੰਦੇ, 5 ਰੋਜ਼ 8 ਦਿਨ ਚੜਾਈ ਜਾਣਾ। ਜੀ ਤੇ ਉਹ ਫਿਰ ਕਹਿੰਦਾ ਕਿ ਮੈਂ ਕਿਹਾ ਜਪਜੀ ਸਾਹਿਬ ਦੇ ਪਾਠ ਕਰ ਕਰਕੇ ਤੇ ਉਹ ਆਪਣਾ ਫਿਰ ਉਹਦੇ ਅਰਦਾਸ ਕਰੇ ਉਹਦੀ ਰੂਹ ਵਾਸਤੇ, ਜੀ ਉਹਦਾ ਨਾਂ ਲੈ ਕੇ ਅਰਦਾਸ ਕਰਿਆ ਕਰ, ਜੀ ਤੇ ਜਿੱਦਾਂ 1.25 ਲੱਖ ਹੋ ਗਿਆ ਫਿਰ ਤੇਰਾ ਭਲਾ ਹੋ ਗਿਆ। ਜੀ ਫਿਰ ਉਹਨਾਂ ਨੇ ਐਵੇਂ ਜਿਵੇਂ ਕੀਤਾ, ਉਹ ਚਲਾ ਗਿਆ, ਫਿਰ ਕਈ ਵਰੇ ਰਿਹਾ ਉਧਰ। ਜੀ ਤੇ ਉਧਰੋਂ ਫਿਰ ਆ ਕੇ ਜਦ ਪਿੰਡਾਂ ਕਈ ਵਰੇ ਮਗਰੋਂ 1.25 ਲੱਖ ਕਰਕੇ ਜੀ ਫਿਰ ਉਹਨਾਂ ਦੇ ਘਰਦਿਆਂ ਨਾਲ ਰਾਜੀਨਾਮਾ ਹੋ ਗਿਆ। ਜੀ ਰਾਜੀਨਾਮਾ ਹੋਇਆ, ਫਿਰ ਸਾਨੂੰ ਘਰ ਲੱਗਿਆ, ਉਹ ਅਖੰਡ ਪਾਠ ਕਰਾਇਆ, ਜੀ ਅਖੰਡ ਪਾਠ ਕਰਾ ਕੇ ਤੇ ਫਿਰ ਹੁਣ ਵੀ ਗੁਰਦੁਆਰੇ ਦਾ ਪ੍ਰਧਾਨ ਹੋ। ਜੀ ਇਹ ਇਹਨੂੰ ਫਿਰ ਪੁੱਛਣ ਗਿਆ, ਜਿਹੜਾ ਸੰਤਾਂ ਦਾ ਲਿਖਿਆ ਨਾ, ਜਿਹੜਾ ਮੋਹਨ ਸਿੰਘ ਮਹਾਰਾਜ ਜੀ, ਮੋਹਨ ਸਿੰਘ ਨੇ ਲਿਖਿਆ ਉਹ ਚੀਜ਼ਾਂ, ਜੀ ਉਹਦੇ ਕਰ ਗਿਆ, ਕਹਿੰਦਾ ਵੀ ਤੇਰਾ ਨਾਂ ਉਹ ਜਿਵੇਂ ਹੈ ਮੈਂ ਲਿਖ ਪਾ ਦਿਆਂ ਵੀ ਇਸ ਨੇ ਇੰਨਾ ਖੂਨ ਕੀਤਾ ਤੇ ਬਾਣੀ ਪੜ੍ਹ ਕੇ ਫਿਰ ਇਹਦਾ ਭਲਾ ਹੋ ਗਿਆ। ਜੀ ਉਹ ਕਹਿੰਦਾ ਵੀ ਮੇਰਾ ਨਾਮ ਬਦਨਾਮ ਹੋਊਗਾ, ਰਹਿਣ ਦੇ ਤੂੰ। ਉਹ ਕਹਿੰਦਾ ਨਾਂ ਨਹੀਂ ਤੇਰਾ ਦਾ ਨਾਂ ਉੱਚਾ ਹੋਊ, ਹਾਂਜੀ ਵੀ ਇਹਨੇ ਇੰਨਾ ਭਜਨ ਕਰਕੇ ਤੇ ਫਿਰ ਇਹਦਾ ਭਲਾ ਹੋਇਆ। ਸਤਿ ਫਿਰ ਉਹ ਕਹਿੰਦਾ ਤਾਂ ਲਿਖ ਦੇ, ਲਿਖਿਆ ਉਹਦਾ ਬਿਲਾਸਪੁਰ ਦਾ ਜੀ ਲਾਭ ਸਿੰਘ ਦਾ ਨਾਮ। ਜੀ ਹੀਰਾ ਇੱਕ ਬੁੜੀ ਦੀ ਗੁੱਤ ਮੰਨਤੀ, ਉਹਨਾਂ ਦੇ ਪਿੰਡ ਦੀ ਹੈ, ਆਪਣੇ ਗੁਰਦੁਆਰੇ ਵਾਲਿਆਂ ਨੇ ਗੁੱਤ ਮੰਨ ਕੇ ਨਾ ਚੋਰ ਦੇ ਨਾਲ ਟੰਗ ਕੇ ਐਂ ਨਿਸ਼ਾਨ ਲਾਤਾ, ਐਂ ਵਾਲ ਹਿੱਲਿਆ ਕਰਨ। ਕਦੋਂ ਦੀ ਗੱਲ ਹੈ ਮਹਾਰਾਜ ਜੀ? ਉਹ ਐਵੇਂ ਸੰਤਾਂ ਬੰਨੀ ਆ ਗਏ ਸੀ ਇਹੋ ਜੀ, ਅੱਛਾ ਸੰਤਾਂ ਨੇ ਰੌਲਾ ਪਾਤਾ। ਅੱਛਾ ਫਿਰ ਉਹਨੂੰ ਹੋਰਾਂ ਸਿੱਖਾਂ ਨੇ ਹੋਰ ਕੇ ਜੀ ਉਹਦੀਆਂ ਕੈਂਚੀਆਂ ਨਾਲ ਸਾਰੇ ਗੁੱਤ ਮੁੰਨ ਕੇ ਹਾਂਜੀ ਚੋਗ ਨਾਲ ਬੰਨ ਕੇ ਆਏ, ਜਿਵੇਂ ਫਰਰਾ ਹਿੱਲਾ ਹੁੰਦਾ ਇਉਂ ਰਹੀ। ਫਿਰ ਅਸੀਂ ਉਹ ਨਾ ਤਾਂ ਸਾਨੂੰ ਹੀ ਕਦੇ ਲੈਣ ਆਏ, ਜੇ ਨਾ ਅਸੀਂ ਜਾਣਾ ਸੀ ਉਹਨਾਂ ਦੇ ਪਿੰਡ। ਜੀ ਜੇ ਹੁਣ ਇੱਕ ਵਾਰੀ ਗਏ ਤਾਂ ਹੁਣ ਉਹ ਪੁਰਾਣੀ ਬੁੜੀ ਕਹਿੰਦੇ ਹੁਣ ਆਉਣ ਲੱਗ ਜਾਓਗੇ। ਉਹ ਗੱਲ ਹੀ ਪੁਰਾਣੀ ਪੈ ਗਈ। ਹੁਣ ਅਸੀਂ ਜਾਂਦੇ ਹਾਂ ਜੀ, ਉਹ ਵੀ ਬੜੇ ਉਹਦੇ ਪ੍ਰੇਮੀ ਕਿਹੜੇ ਪਿੰਡ ਦੇ ਮਹਾਰਾਜ ਜੀ? ਬਿਲਾਸਪੁਰ ਬਿਲਾਸਪੁਰ ਥੋੜੇ ਕੋਲ ਹੀ ਹੈ, ਜੀ ਮਹਾਰਾਜ ਬਿਲਾਸਪੁਰ ਦੇ। ਇਹ ਬਹੁਤ ਦੇਰ ਦੀ ਗੱਲ ਹੈ, ਸੁਣੀ ਉਹਨਾਂ ਡੇਰਾਂ ਦੀ ਬਹੁਤ ਦੇਰ ਦੀ ਗੱਲ ਹੈ। ਹਾਂ, ਇਹ ਤਾਂ ਜੋ ਜਵਾਨੀ ਜਦੋਂ 45 ਸਾਲ ਦੀ ਗੱਲ ਹੋ। ਹਾਂ ਜਵਾਨੀ ਉਦੋਂ ਅਸੀਂ ਟੱਕੀ 'ਚ ਹੁੰਦੇ। ਜੀ ਮਹਾਰਾਜ ਉਹ ਮਹਾਰਾਜ ਜੀ ਖੜੇ ਹੋ ਕੇ ਕੀਰਤਨ ਕਰ ਦਿੰਦੇ ਸੀ ਨਹੀਂ? ਖੜੇ ਹੋ ਗਏ ਤਾਂ ਪਿੱਛੋਂ ਕਰਨ ਲੱਗੇ ਨਾ, ਅੱਛਾ ਜੀ ਤੇ ਫਿਰ ਪਿੰਡਾਂ 'ਚ ਰਿਵਾਜ ਖੜਿਆਂ ਦਾ, ਖੜੇ ਨਾ ਸੀ ਜੀ ਤੇ ਫਿਰ ਉਹ ਤਖਤ ਪੋਸ ਦੇ ਉੱਤੇ ਐਂ ਕਰਦੇ ਸਨ। ਫਿਰ ਇੱਕ ਤਖਤ ਪੋਸ ਹੋਰ ਨੀਵਾਂ ਤਖਤ ਪੋਸ ਕਰ ਦੇਣਾ, ਜੀ ਮਹਾਰਾਜ ਤੇ ਉਹ ਹੁੰਦੇ ਚਾਹੁੰਦੇ ਵੀ ਬਰਾਬਰ ਬੈਠੇ ਨਕਾਲੀ ਕਰਦੇ। ਉਹਨਾਂ ਨੂੰ ਕਿਹਾ ਵੀ ਜਿਹੜਾ ਕਥਾ ਕਰਦਾ ਇੱਕ ਤਾਂ ਵਾਗ ਲੈਂਦਾ ਹੈ, ਉਹ ਗਿਆਨੀ ਕੋਲ ਬਰਾਬਰ ਕਥਾ ਕਰਦਾ, ਉਹਨੂੰ ਨਹੀਂ ਹਟਾਉਂਦੇ। ਸੱਤ ਹੈ ਫਿਰ ਅਸੀਂ ਫਿਰ ਇੱਕ ਇੱਟ ਨੀਵੇਂ ਕਰ ਦੇਣੀ ਜੀ ਮਹਾਰਾਜ ਸੰਤਾਂ ਦੇ ਤਖਤ ਪਹੁੰਚਦੀ ਦਰਬਾਰ ਦੇ ਵਿੱਚ, ਫਿਰ ਨਹੀਂ ਕਰ। ਉਹ ਤਾਂ ਜਾਣ ਕੇ ਹੀ ਕਰਦੇ ਸਨ ਜੀ। ਹਾਂਜੀ ਇਹ ਕਾਲੇ ਸਾਰੇ ਲੱਗਦੇ ਰਹੇ ਨੇ।
ਹੁਣ ਤਾਂ ਨਹੀਂ ਲੱਗਦਾ ਕੋਈ, ਹਾਂਜੀ ਹੁਣ ਤਾਂ ਉਹਨਾਂ ਦਾ ਉਹ ਤਾਂ ਗੁਜ਼ਰ ਗਿਆ ਅਗਲੇ। ਹੁਣ ਇਹ ਜ਼ਮੀਨ ਖੋਦੇ ਨੇ ਜਿਹੜੀ ਪਾਤਸ਼ਾਹੀ ਦੀ ਹੁੰਦੀ ਜੀ ਮਹਾਰਾਜ ਗੁਰਦੁਆਰਿਆਂ 'ਚ ਕੋਈ ਨਹੀਂ ਆਉਂਦਾ। ਜੀ ਮਹਾਰਾਜ ਤੇ ਜਦ ਜ਼ਮੀਨ ਹੁਣ ਰੇਰੂ ਸਾਹਿਬ ਦੀ ਜ਼ਮੀਨ 350 ਵਿਗੇ ਸੀ, ਜੀ ਮਹਾਰਾਜ ਉੱਥੇ ਉਹਨਾਂ ਨੇ ਕਬਜ਼ਾ ਕਰ ਲਿਆ। ਜੀ ਮਹਾਰਾਜ ਜਿਹਨੂੰ ਮੈਂ ਪੱਗ ਬੰਨੀ ਸੀ ਨਾ ਪਿਛਲੇ ਨੂੰ, ਜੀ ਮਹਾਰਾਜ ਉਹ ਜਾ ਕੇ ਲਿਆ ਉਹਨਾਂ ਨੇ। ਸਤ ਉਹਦੀ ਹੁਣ 250 ਰੁਪਇਆ ਮਹੀਨੇ ਦੀ ਪੈਨਸ਼ਨ ਲਾਈ ਹੈ, ਹਾਂਜੀ ਵੀ ਜਿੰਨਾ ਚਿਰ ਤੂੰ ਜਿਉਣਾ ਤੈਨੂੰ ਪੈਨਸ਼ਨ ਦੇ। ਕਾਲੀਆਂ ਨੇ ਉਹਨੇ ਫਿਰ ਅਫਸਰਾਂ ਦੇ ਲਿਖਾਤਾ ਜਾ ਕੇ ਜੀ ਮਹਾਰਾਜ ਵੀ ਮੈਂ ਉੱਥੋਂ ਦਾ ਮੰਨਤਾ, ਮੈਂ ਇਹਨਾਂ ਨੂੰ ਜਾਇਦਾਦ ਦਿੰਦਾ। ਸਤ ਉਹ ਜਿਹੜੀ ਸਾਡੀ ਛਪੜੀ ਬਣਵਾਈ ਸੀ ਉੱਥੇ ਜੀ ਮਹਾਰਾਜ ਗੋਖੇ ਦਾ ਖੂਹ ਆ ਉਹ, ਜੀ ਮਹਾਰਾਜ ਤੇ ਉੱਥੇ ਫਿਰ ਉਹ ਬੁੜੀਆਂ ਕਿਹਾ ਕਰਨ ਬਾਬਾ ਜੀ ਜੇ ਤੁਸੀਂ ਬਣਾ ਦਿਓ ਸਰੋਵਰ ਜੀ ਮਹਾਰਾਜ ਦਾ ਬਹੁਤ ਸੁੱਖ ਹੋ ਜਾਏ ਸਾਨੂੰ, ਅਸੀਂ ਇੱਥੋਂ ਮਿੱਟੀ ਲਿਜਾਂਦੇ ਹਾਂ, ਜੀ ਮਹਾਰਾਜ ਬਾਲਟੀ 'ਚ ਕੋਲ ਕੇ ਮੁੰਡੇ ਨੂੰ ਨਮਾ ਦੇਈਦਾ, ਫੂੜੇ ਹਟਦੇ। ਸਤ ਫਿਰ ਉਹਦਾ ਨਾਲ ਮੈਂ ਕਿਹਾ ਇਹ ਤਾਂ ਭਗਵਾਨ ਸੋ ਤੇ ਬਣਾਓ। ਜੀ ਮਹਾਰਾਜ ਉਹਨੇ ਬਣਾਇਆ, ਰੁਪਈਏ ਲੱਗਦੇ ਸਨ ਬਹੁਤ। ਜੀ ਮਹਾਰਾਜ ਪਿੱਛੋਂ ਉਹਨਾਂ ਦੇ ਫਿਰ ਮੈਂ ਉਹ ਸਰੋਵਰ ਬਣਾਇਆ। ਸਰੋਵਰ ਬਣਾ ਕੇ ਜਿਹੜਾ ਉਹ ਜਿਹਨੇ ਉਹਨਾਂ ਨੂੰ ਲੈਂਦਾ, ਉਹ ਮੇਰੇ ਕੋਲੇ ਬੈਠਦਾ ਐਤਵਾਰ ਨੂੰ। ਜੀ ਮਹਾਰਾਜ ਐਤਵਾਰ ਨੂੰ 1000 ਰੁਪਈਆ ਹਰੇਕ ਐਤਵਾਰ ਚੜਿਆ ਕਰੇ। ਜੀ ਮਹਾਰਾਜ ਤੇ ਉਹਨਾਂ ਨੂੰ ਨਾਲੇ ਤਾਂ ਉਹ ਚਾਹ ਪਿਉਣੀ ਸਾਰੀ ਸੰਗਤਾਂ ਜਿਹੜੇ ਨਹਾਉਣ ਆਇਆ ਕਰਨ, ਜੀ ਮਹਾਰਾਜ ਤੇ ਨਾਲੇ ਉਹਨਾਂ ਨੂੰ ਪ੍ਰਸ਼ਾਦਾ ਕਰਕੇ ਖਵਾਉਣਾ। ਮੈਂ ਵੀ ਜਾਂਦਾ ਹੁੰਦਾ ਹਰੇਕ ਐਤਵਾਰ। ਜੀ ਮਹਾਰਾਜ ਤੇ ਉਹਨੇ ਕਾਲੀਆਂ ਨੂੰ ਕਿਹਾ, ਕਹਿੰਦਾ ਸਾਲ ਦੇ ਵਿੱਚ 48 ਐਤਵਾਰ ਆਉਂਦੇ ਨੇ, ਜੀ ਮਹਾਰਾਜ 48,000 ਰੁਪਏ ਚੜਦਾ, ਤੁਹਾਡੀ ਜ਼ਮੀਨ ਕੀ ਕਰੂ ਉਹਦੇ ਅੱਗੇ? ਸਤ ਬਹੁਤ ਆਮਦਨ ਆ ਉੱਥੇ। ਜੀ ਮਹਾਰਾਜ ਤਾਂ ਉਹਨਾਂ ਨੇ ਛਪੇ 30 ਆਦਮੀ ਲਿਆ ਕੇ ਆ ਬੈਠੇ ਜੀ, ਲੈ ਕੇ ਰੱਖ ਲਓ ਜੀ ਮਹਾਰਾਜ ਕਾਲੀ। ਹਾਂਜੀ 30 ਆ ਗਏ ਪੁਲਿਸ ਦੇ, ਜੀ ਮਹਾਰਾਜ ਕੋਈ 2000 ਸਾਡਾ ਜਾ ਰਿਹਾ ਪਿੰਡਾਂ ਦਾ, ਅਜੇ ਤੱਕ ਗਏ ਨਹੀਂ। ਜੀ ਮਹਾਰਾਜ ਇਹ ਨਾਲੇ ਰਫਲਾਂ ਇਹਨਾਂ ਨੇ ਜੀ ਮਹਾਰਾਜ ਬਸ ਫਿਰ ਉੱਥੇ ਰੋਟੀ ਇਹਨਾਂ ਦਾ ਲੰਗਰ ਚੱਲੇ, ਨਾਲੇ ਦਾ ਪੁਲਿਸ ਖਾਇਆ ਕਰੇ, ਨਾਲੇ ਕਾਲੀ ਖਾਇਆ ਕਰੇ। ਜੀ ਮਹਾਰਾਜ ਫਿਰ ਉਹਦੇ ਤੇ ਸਾਡੇ ਆਦਮੀ ਰਹਿਣ ਲੱਗ ਗਏ। ਜੀ ਮਹਾਰਾਜ ਉਹ ਫਿਰ ਕਾਲੀਆਂ ਨੇ ਫਿਰ ਛੱਪਾ ਮਾਰ ਕੇ ਉਹ ਭਾਈ ਜੀ ਸਾਡੇ ਸਨ 2, ਜੀ ਮਹਾਰਾਜ ਕਹਿੰਦੇ ਜਾ ਭਾਈ ਜੀ ਆਪਣੇ ਕੱਛਾਂ ਚੱਕ ਲਿਜਾਵੇ, ਇੱਥੇ ਦੱਸੋ ਜਾਂ ਸਾਨੂੰ ਉਹ ਮਿਲ ਗਿਆ ਹੈ, ਗੁਰਦੁਆਰਾ ਮਿਲ ਗਿਆ, ਇਹ ਵੀ ਤਾਂ ਉੱਥੋਂ ਦੀ ਹੈ। ਜੀ ਮਹਾਰਾਜ ਉਹਨਾਂ ਨੇ ਸਾਂਭ ਲਿਆ। ਜੀ ਸਾਹਮਣੇ ਤੋਂ ਬਾਅਦ ਫਿਰ ਉਹ ਇਕੱਠ ਹੋ ਗਿਆ, ਤਾਂ ਕਾਲੀਆਂ ਨੇ ਕਾਲ ਕੱਢਤੀ। ਜੀ ਮਹਾਰਾਜ ਇੱਧਰ ਲਿਆਣਾ ਸਿਪਾਹੀ ਵੀ ਬੈਠੇ ਸਨ। ਜੀ ਮਹਾਰਾਜ ਫਿਰ ਬੁੜੀਆਂ ਨੇ ਉਹ ਚੌਰ ਖੋਲਿਆ ਜੋ ਉੱਥੇ ਦਰਬਾਰ ਪ੍ਰਕਾਸ਼ ਵੀ ਸੀ, ਪ੍ਰਕਾਸ਼ ਦੇ ਸੰਤਾਂ ਦਾ ਸੀ। ਜੀ ਮਹਾਰਾਜ ਤਾਂ ਖੋਲ ਕੇ ਮੁੱਕੀਆਂ ਲੱਗੀਆਂ ਮਾਰਨ, ਨਾਲੇ ਫਿਰ ਆਦਮੀ ਲੱਗ ਗਏ, ਉਹਨਾਂ ਨੂੰ ਗੁਰਦੁਆਰੇ ਵਾੜਿਆ ਹੈ ਜੀ। ਫਿਰ ਮੁਕੱਦਮਾ ਚੱਲਿਆ, ਜੀ ਇਹ ਜੱਜ ਨੇ ਉਹਨਾਂ ਨੂੰ 50 ਰੁਪਏ ਜੁਰਮਾਨਾ ਕੀਤਾ ਕਾਲੀਆਂ ਨੂੰ। ਜੀ ਮਹਾਰਾਜ ਤੇ ਕਹਿੰਦਾ ਤੁਸੀਂ ਇਹ ਕਿ ਜਦ ਛੱਡ ਗਏ ਸੋ ਫਿਰ ਕਿਹਦੇ ਹੁਕਮ ਨਾਲ ਗਏ ਆ, ਸਤ ਤੇ ਡਾਕੇ ਮਾਰਦੇ ਹੋ। ਜੀ ਮਹਾਰਾਜ ਨਸ਼ੇ ਉਹ ਕਰਦਾ ਫਿਰ ਉਸਨੇ ਕਹਿੰਦਾ ਉਹ ਸਰੋਵਰ ਕਿਹਨੇ ਬਣਾਇਆ? ਜੀ ਮਹਾਰਾਜ ਤੇ ਉਹਨਾਂ ਲੋਕਾਂ ਨੇ ਕਿਹਾ ਕਿ ਮਹਾਰਾਜ ਸੰਤਾਂ ਨੇ ਬਣਾਇਆ। ਜੀ ਮਹਾਰਾਜ ਤੇ ਫਿਰ ਉਹਨਾਂ ਨੇ ਆਖਿਆ ਕਿ ਜ਼ਮੀਨ ਕਿਹਦੀ ਹੈ? ਜੀ ਕਿ ਜ਼ਮੀਨ ਸੰਤਾਂ ਨੇ ਬੈ ਲਈ ਹੈ। ਜੀ ਮਹਾਰਾਜ ਫਿਰ ਉਹਨੂੰ ਪੈਲ ਵਾਲਾ ਤਹਿਸੀਲਦਾਰ ਸੱਦਿਆ, ਜੀ ਮਹਾਰਾਜ ਤੇ ਉਹਨੇ ਕਿਹਾ ਵੀ ਉਹ ਸਰੋਵਰ ਜਿਹੜਾ ਹੈਗਾ ਉਹ ਕਿਹਨੇ ਜ਼ਮੀਨ ਹੈ? ਜੀ ਕਹਿੰਦਾ ਸੰਤਾਂ ਨੇ 1.25 ਬਿੱਘਾ ਲਿਆ ਸਾਥ, ਜੀ ਮਹਾਰਾਜ ਤੇ ਬੈ ਲਿਆ ਉਹਨਾਂ ਤੋਂ। ਜੀ ਤੇ ਬਾਕੀ ਉਹਨਾਂ ਨੇ ਫੀਸ ਫੂਸ ਸਭ ਭਰੀ ਹੈ ਗੋਦਾਵਰੀ ਸੰਤਾਂ ਦੇ ਨਾਮ। ਜੀ ਮਹਾਰਾਜ ਫਿਰ ਉਹ ਰਾਜ ਸੱਦੇ, ਜੀ ਮਹਾਰਾਜ ਰਾਜਾਂ ਨੂੰ ਕਿਹਾ ਤੁਹਾਨੂੰ ਕੌਣ ਤਨਖਾਹ ਦਿੰਦਾ ਸੀ? ਫਿਰ ਵੀ ਉਹਨੇ ਮੇਰਾ ਨਾਮ ਲਿਆ। ਜੀ ਮਹਾਰਾਜ ਮਜ਼ਦੂਰਾਂ ਨੂੰ ਫਿਰ ਮੇਰਾ ਨਾਮ ਲਿਆ। ਜੀ ਮਹਾਰਾਜ ਤੇ ਫਿਰ ਉਹਨਾਂ ਨੂੰ ਫਿਰ ਜੁਰਮਾਨਾ ਕੀਤਾ। ਫਿਰ ਉਹਨਾਂ ਨੇ ਐਤਕੀ ਉਹਨਾਂ ਨੇ ਖਾਣੇ ਮਾਇਆ ਤੇ ਐਤਕੀ ਉਹਨਾਂ ਦੇ ਨਾਮ ਕਰਤੇ। ਜੀ ਤੇ ਨਹੀਂ ਮੈਂ ਪਿੰਡ ਦੇ ਨਾਮ ਉਹ ਕਰਨੇ ਸੀ, ਜੀ ਕਿਉਂਕਿ ਅਸੀਂ ਤਾਂ ਉੱਥੇ ਹੋਣਾ ਹੀ ਨਹੀਂ ਜਾਣਾ। ਸਤ ਹੁਣ ਛਡਾਨ ਪਾਣੀ ਦਾ ਕੋਈ ਕਰੇ, ਕੋਈ ਹਟਾ ਨਹੀਂ ਸਕਦਾ। ਤੇ ਉਹ ਸਾਧੂ ਨੇ ਫਿਰ ਆਹ ਕੰਮ ਕੀਤਾ ਵੀ ਉੱਥੇ ਆਮਦਨ ਵਾਲੀ ਹੈ, ਹੁਣ ਕੋਈ ਨਹਾਉਣ ਵੀ ਨਹੀਂ ਆਉਂਦਾ। ਸਹੀ ਗੱਲ ਹੈ ਅੱਗੇ ਤਾਂ ਅੰਮ੍ਰਿਤਸਰ ਬੰਦੇ ਉਹ ਜਿਹੜੇ ਬਿਮਾਰ ਹੁੰਦੇ ਉਹ ਆਉਂਦੇ ਹੁੰਦੇ। ਸਤ
ਇਹ ਕਾਲੀ ਪੈਸੇ ਨੂੰ ਮਾਰੇ ਜਿੱਥੇ ਆਮਦਨ ਹੁੰਦੀ ਆ ਉੱਥੇ ਨੂੰ ਇਹਦਾ ਬਸ ਜ਼ਮੀਨ ਹੋਵੇ ਭੱਜ ਕੇ ਪੈਂਦੇ ਉਹ ਫਿਰ 6 ਗੁਰਦੁਆਰੇ 6ਵੇਂ ਪਾਤਸ਼ਾਹੀ ਦੇ ਵਿਹਲੇ ਪਏ ਨੇ ਉਹਨਾਂ ਨੂੰ ਕਹਿੰਦੇ ਉਹ ਵੀ ਲਓ ਤੁਸੀਂ ਕਹਿੰਦੇ ਉੱਥੇ ਜ਼ਮੀਨ ਨਹੀਂ ਹੈ, ਅਸੀਂ ਕੀ ਕਰੀਏ ਉਹ ਪਿੰਡ ਸੇਵਾ ਕਰੇ ਜੀ ਗੁਰੂ ਘਰ ਤੋਂ ਸ਼ਰਧਾ ਨਹੀਂ ਪੈਸੇ ਦੀ ਸ਼ਰਧਾ ਹੈ ਉਹਨਾਂ ਦੀ ਸੋ ਜਿਹੜੇ ਸਨਗੇ ਆਪਣੇ ਚੋਣਾਂ ਹੋਈਆਂ ਨਾ ਉਹਨਾਂ ਦੀਆਂ ਪਿੱਛੇ ਅਕਾਲੀਆਂ ਦੀਆਂ ਜੀ ਮਹਾਰਾਜ ਉਹਨਾਂ 'ਚ ਇੱਕ ਟੌੜਾ ਹੈ ਜੀ ਮਹਾਰਾਜ ਬਾਬਾ ਇੱਕ ਹੋਰ ਕੰਨ ਕੀ ਨਾਮ ਉਹਦਾ ਤਲਵੰਡੀ ਤਲਵੰਡੀ ਉਹ ਹੈ ਉਹ ਰਾਤ ਨੂੰ ਤਾਂ ਟੌੜਾ 12 ਵਜੇ ਰਾਤ ਦੇ ਜੀ ਤੇ ਉਹਨੇ ਪਹਿਰੇਦਾਰਾਂ ਨੂੰ ਕਹਿ ਕੇ ਫਿਰ ਮੈਨੂੰ ਜਗਾਇਆ ਜੀ ਜੇ ਮੈਂ ਕਿਹਾ ਬਾਬਾ ਕਿੱਥੋਂ ਹੈ ਤੂੰ ਜੀ ਮਹਾਰਾਜ ਕਹਿੰਦਾ ਮੈਂ ਮੇਰੇ ਪਿੰਡ ਟੌੜਾ ਤੇ ਮੈਂ ਚੋਣਾਂ ਲੜਨੀਆਂ ਨਾ ਜੀ ਤੁਸੀਂ ਇਹ ਕਿ ਉਲਟ ਨਾ ਬੋਲੇ ਸਾਡੇ। ਮੈਂ ਕਿਹਾ ਸਾਨੂੰ ਕੋਈ ਲੋੜ ਕਿਸੇ ਨੂੰ ਉਲਟ ਬੋਲਣ ਦੀ ਨਾਲ ਇਹ ਕੁਛ ਕਹਿਣ ਦੀ ਜੀ ਤੇ ਇੱਥੇ ਹੁੰਦੀਆਂ ਰਹਿੰਦੀਆਂ ਜਿਹੜਾ ਥਾਪੜਾ ਲੈਣਾ ਆਉਂਦਾ ਉਹਦੇ ਟੂਈ ਤੇ ਐ ਕਰਦੇ ਚਾਹੇ ਕਮਿਊਨਿਸਟ ਆ ਜਾਓ ਉਹਦੇ ਵੀ ਟੂਈ ਤੇ ਕਾਲੀ ਆ ਜਾਓ ਉਹਦੇ ਵੀ ਕੋਈ ਹੋਵੇ ਅਰੇ ਆਸ਼ੀਰਵਾਦ ਦੇ ਦੀ ਮੈਂ ਤੁਸੀਂ ਨਾ ਉਹ ਕਹਿੰਦੇ ਮਹਾਰਾਜ ਜੀ ਤੇਰੀ ਛਪੜੀ ਬਣਾਈ ਹੈ ਨਾ ਉਹਦੀ ਖਾਤਰ ਅਸੀਂ ਕਹਿੰਦੇ ਵੀ ਅਸੀਂ ਜਿੱਦੇ ਜਿੱਤ ਗਏ ਨਾ ਤੈਨੂੰ ਕੋਲੇ ਬਿਠਾ ਕੇ ਜਿਹੜੀਆਂ ਡੇਰੂ ਸਾਹਿਬ ਦੀਆਂ ਚੀਜ਼ਾਂ ਚਾਹੀਦੀਆਂ ਤੈਨੂੰ ਅਸੀਂ ਤੇ ਜੇ ਮੈਂ ਕਿਹਾ ਸਾਨੂੰ ਤਾਂ ਉੱਥੇ ਵੀ ਨਹੀਂ ਚਾਹੀਦਾ ਉਹ ਛਪੜੀ ਮੇਰੀ ਬਣਾਈ ਹੈ ਬੁੜੀਆਂ ਦੇ ਕਹਿਣ ਤੇ ਉਹ ਜੇ ਤੁਸੀਂ ਦੇਣੀ ਹੋਊ ਤਾਂ ਦੇ ਦਿਓ ਤੇ ਮੈਂ ਪਿੰਡ ਦੇ ਨੂੰ ਦੇ ਦੂੰਗਾ ਤੇ ਪਿੰਡ ਵੀ ਉਹਨਾਂ ਦੇ ਉਲਟ ਨੇ ਬਸ ਫਿਰ ਉਹਨਾਂ ਨੇ ਜਦ ਚੋਣਾਂ ਹੋਈਆਂ ਤਾਂ ਆਦਮੀ 13 ਹੁੰਦੇ ਨੇ 13 ਆਦਮੀ ਹੁੰਦੇ ਆ ਲੱਗੇ ਤਾਂ 13 ਆਦਮੀ 6 ਨਵ ਨਹੀਂ ਹੋ ਗਏ ਇਹ ਟੋੜੇ ਉਰੀ ਸਨ ਤੇ 7 ਹੋ ਗਏ ਦੂਏ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਨੂੰ ਦੱਸ ਦਈਏ ਕਿ ਸੰਤਾਂ ਨੂੰ ਅਸੀਂ ਗੋਖੇ ਵਾਲੀ ਛਪੜੀ ਦੇਣੀ ਹੈ ਤਾਂ ਜਿਹੜਾ ਸੰਤਾਂ ਦੇ ਪਿੰਡ ਦਾ ਉੱਥੇ ਮੁਖਤਿਆਰ ਸੀ ਉਹ ਕਹਿੰਦਾ ਤਾਂ ਤੁਸੀਂ ਜੇ ਤਾਂ ਕੁਰਸੀਆਂ ਚਾਹੀਦੀਆਂ ਤਾਂ ਇਹ ਗੱਲ ਅਸੀਂ ਨਹੀਂ ਦੇਣ ਦਿੰਦੇ ਜੇ ਚਾਹੀਦੇ ਤੁਹਾਨੂੰ ਨਹੀਂ ਚਾਹੀਦੇ ਕੁਰਸੀ ਆਪਣੇ ਘਰਾਂ ਨੂੰ ਜਾਓ 7 ਅਸੀਂ ਤੁਸੀਂ 6 ਹੋ ਫਿਰ ਇਹਨਾਂ ਨੇ ਚੁੱਪ ਕਰ ਗਏ ਫਿਰ ਉਹ ਹੀ ਰਹਿ ਗਏ ਉੱਥੇ ਬੈਠੇ ਤੇ ਉਹ ਜਿਹੜਾ ਸੀਗਾ ਸੰਤਾਂ ਦੇ ਪਿੰਡ ਦਾ ਭਰਪੂਰ ਸਿੰਘ ਉਹ ਤੇ ਜਗ੍ਹਾ ਪੱਗ ਬੰਨਣ ਲੱਗਾ ਸਾਧੂ ਦੇ ਆ ਕੇ ਭੋਗ ਪੈ ਗਿਆ ਹੈਗਾ ਹੁਣ ਆ ਕੇ ਪੱਗ ਦੀ ਰਸਮ ਅਦਾ ਹੋਊ ਉਹ ਕਹਿੰਦੇ ਕभी नहीं हो ਉਹ ਕਹਿੰਦੇ ਅਭੀ ਹੋ ਇਹ ਕਰਦੇ ਨੇ ਮੁੱਛਾਂ ਤੋਂ ਦੇ ਲੱਗੇ ਮੁੰਡੇ ਹੱਥ ਫੇਰਨੇ ਕੋਈ ਨੌਜਵਾਨ ਸਭਾ ਇੱਕ ਪਿੰਡਾਂ 'ਚ ਬਣੀ ਗੱਭਰੂ ਮੁੰਡਿਆਂ ਦੀ ਉਹ ਮੁੰਡੇ ਸਾਲੇ ਇੱਧਰ ਉਹਨਾਂ ਨੇ ਮਾਰਾ ਚੁੰਬੜ ਗਿਆ ਉਹਨਾਂ ਨੂੰ ਆਪਸ ਵਿੱਚ ਮੈਂ ਮੇਰੀ ਪੱਗ ਅੱਧੀ ਰਹਿੰਦੀ ਸੀ ਉਹ ਕਹਿੰਦਾ ਕਿ ਛੇਤੀ ਬੰਦੇ ਆਪਣੇ ਨਾ ਮਾਰੇ ਕੋਈ ਅਜੇ ਅਸੀਂ ਬਲੇਟ ਕੇ ਪਰੇ ਉਹਦੀ ਨਾਲ ਤਾਂ ਦਾੜੀ ਪੱਠੀ ਉਹ ਜਿਹੜਾ ਕਵੀ ਨਹੀਂ ਹੋ ਕਹਿੰਦਾ ਸੀ ਪਿੰਡ ਦੇ ਨੇ ਨਾਲ ਉਹਦੇ ਮੋਟਰ ਦੇ ਹਿੱਸੇ ਪੱਲੇ ਉੱਠਿਆ ਉਹ ਹੁਣ ਜਿੱਦ ਕਰਦਾ ਰਹਿੰਦਾ ਹਰ ਪਾਸ ਉਹਨਾਂ ਦੀ ਸਾਡੇ ਨਾਲ ਤਾਂ ਉਹਦਾ ਰੌਲਾ ਕੋਈ ਨਹੀਂ ਮੈਨੂੰ ਤਾਂ ਕਹਿੰਦਾ ਸੀ ਪੱਗ ਨਾ ਤੂੰ ਬੰਨੀ ਕਹਿੰਦਾ ਕਿ ਅਸੀਂ ਇੱਥੇ ਆਉਣਾ ਹੈ ਮੈਂ ਕਿਹਾ ਜੇ ਤਾਂ ਹੁਣ ਮੰਤ ਬਣਾਉਣਾ ਪੱਗ ਬੰਨੀ ਨਹੀਂ ਸਿਰ ਨਗਾ ਰੱਖੀਏ ਕਹਿੰਦਾ ਕਾਲਾ ਵਾਲਾ ਪਰਨਾ ਜਿਹੜਾ ਤਾਂ ਪਾਇਆ ਇਹੀ ਬੰਦ ਮੈਂ ਕਿਹਾ ਇਹ ਕੋਈ ਪੱਗ ਹੈ ਇਹਦਾ ਇੱਕ ਗੇੜਾ ਆਊਗਾ ਬਸ ਫਿਰ ਜੀ ਉਹ ਗਿਆਨ ਸਿੰਘ ਵੀ ਉੱਥੇ ਗਿਆ ਸੀਗਾ ਰਾੜੇ ਵਾਲਾ ਹੋਰ ਬੇਅੰਤ ਜਿਹੜਾ ਹੁਣ ਉੱਥੇ ਪ੍ਰਧਾਨ ਬਣਿਆ ਅਕਾਲੀ ਦਲ ਦਾ ਚੋਣਾਂ 'ਚ ਪੰਜਾਬ ਦੀ ਬਣੀ ਨਾ ਪਾਰਲੀਮੈਂਟ ਉਹਦਾ ਪ੍ਰਧਾਨ ਉਹ ਵੀ ਗਿਆ ਸੀ ਉਹ ਤਾਂ ਸਾਰਿਆਂ ਦਾ ਰਾਏ ਠੀਕ ਹੁੰਦੀ ਇਹੀ ਜ਼ਮੀਨ ਦੇ ਖਾਤਰ ਕਰਦੇ ਬਸ ਫਿਰ
ਇਹਨਾਂ ਵਿੱਚ ਤਾਂ ਸਮਝੋ ਵੀ ਇਹ ਮਹਾਜਨ ਲੋਕ ਵੀ ਗੱਲਾਂ ਕਰਦੇ ਨੇ। ਜੀ ਮਹਾਰਾਜ। ਕਹਿੰਦੇ ਜਿਹੜੇ ਸਿੱਖ ਨਾ ਹਾਂਜੀ ਇਹ ਰਾਜ ਲੈਣ ਨੂੰ ਤਾਂ ਹਾਂਗੇ ਤਕੜੇ, ਜੀ ਮਹਾਰਾਜ। ਗਾਹਾਂ ਚਲਾ ਨਹੀਂ ਸਕਦੇ। ਚਲਾ ਬਘੇਲ ਸਿੰਘ ਨੇ ਦਿੱਲੀ ਲਈ ਆ ਕੇ ਇੱਧਰ ਪੰਜਾਬ ਚੋਂ ਆ ਗਏ, ਜੀ ਮਹਾਰਾਜ। ਦਿੱਲੀ ਲੈ ਕੇ ਸਾਰੇ ਕਾਰੋਬਾਰ ਲੁੱਟੇ ਜੀ ਮਹਾਰਾਜ। ਤੇ ਕਰਕੇ ਪਿੱਛੋਂ ਫਿਰ ਜਾ ਗਈ ਦੀਵਾਲੀ ਜੀ ਮਹਾਰਾਜ। ਅੰਮ੍ਰਿਤਸਰ ਦੀ। ਜੀ ਮਹਾਰਾਜ। ਉਹ ਕਹਿੰਦਾ ਮੈਂ ਜਾਣਾ, ਉਹ ਕਹਿੰਦਾ ਸਾਰੇ ਮੁੜੇ ਆਏ ਜੀ ਲੜਕੇ। ਉਹ ਜਿੱਤਾ ਜਿੱਤਾ ਸ਼ਹਿਰ ਹੈ ਮਿਸ਼ਦੇ ਸਾਰੇ ਹਿੰਦੁਸਤਾਨ ਦੇ ਸੀ। ਜੀ ਇਹ ਫਿਰ ਉਹਨੂੰ ਵੰਡ ਵੀ ਦਿੰਦੇ ਰਹੋ ਜੀ ਮਹਾਰਾਜ। ਜੇ ਨਾ ਮੰਨੇ। ਜੀ ਮਹਾਰਾਜ। ਕਹਿੰਦੇ ਜੀ ਅਸੀਂ ਉਹਨਾਂ ਨੂੰ ਫਤਿਹ ਬੁਲਾਉਣ ਚੱਲੇ, ਜਾ ਦੇ ਤਲਵਾਰ ਨਾਲ। ਇਹ ਕਹਿੰਦੇ ਬਾਣੀ, ਕਹਿੰਦੇ ਫਿਰ ਅਖੀਰੀ ਉਹਨਾਂ ਦਾ ਬਾਣੀਆਂ ਕੇ ਕੰਮ ਕਰੂਗਾ, ਜੇ ਕਰੂਗਾ ਨਹੀਂ ਉਹ ਨਹੀਂ ਕਰ ਸਕਦੇ। ਜੀ ਮਹਾਰਾਜ। ਹੈ ਤਾਂ ਗੱਲ ਠੀਕ। ਸਤ ਹੈ। ਇਹ ਆਪਸ ਵਿੱਚ ਲੜਦੇ ਰਹਿੰਦੇ। ਜੀ ਮਹਾਰਾਜ। ਜੇ ਕਿਤੇ ਇੱਕ ਹੋਏ ਸਿੱਖਾਂ ਸਾਈ ਹਿੰਦੁਸਤਾਨ ਦੇ ਰਾਜ ਕਰਨ, ਹਾਂ ਜੀ, ਇੱਕ ਨਹੀਂ ਹੁੰਦਾ ਨਹੀਂ। ਕਹਿ ਰਹੇ ਕਿ ਲੜਾਈ ਨੂੰ ਤੇ ਇੱਕ ਨੰਬਰ ਨੂੰ। ਜੀ ਮਹਾਰਾਜ। ਇੱਕ ਗੋਰਖੇ, ਜੀ ਮਹਾਰਾਜ। ਗੋਰਖੇ ਵੀ ਬਹੁਤ ਚੰਗੇ ਆਦਮੀ। ਜੀ ਮਹਾਰਾਜ। ਗੋਰਖੇ ਦੇ ਇੱਥੇ ਇਹਨਾਂ ਨੇ ਗੋਰੇ ਰੱਖੇ ਨੇ ਇੱਥੇ। ਇੱਥੇ ਗੋਰਖਾ 10,000 ਲੈਂਦਾ ਹੈ। ਜੀ ਮਹਾਰਾਜ। ਇਹ ਤਾਂ ਨਹੀਂ ਇਹਨੇ ਰਾਣੀ ਨੇ। ਹਾਂਜੀ ਰਾਣੀ ਦੇ ਜਾਂ ਹਾਂ, ਰਾਣੀ ਨੇ ਨਹੀਂ। ਗਿਰੇ ਚੱਕ ਦੇ ਰੱਖੇ। ਉਹ ਉੱਥੇ ਹੀ ਹੈ। ਜੀ ਮਹਾਰਾਜ ਜੀ। ਇਹਨਾਂ ਨੂੰ ਵੀ ਉਹ ਤਾਂ ਰਾਣੀ ਉਹਨੂੰ ਪਤਾ ਸੀ ਵੀ ਇਹ ਵੀ ਚੰਗੇ ਨੇ, ਜੀ ਮਹਾਰਾਜ। ਪਰ ਇਹ ਫਿਰ ਆਇਆ ਕਰਦੇ ਨਾ ਰਾਜ ਕਰੇਗਾ ਖਾਲਸਾ, ਹਾਂਜੀ ਚਾਹੇ ਉਹਨਾਂ ਨੂੰ ਰੋਟੀ ਮਿਲੇ ਨਾ ਮਿਲੇ, ਰਾਜ ਪੂਰਾ। ਹੁਣ ਉਥੇ ਮੁਸਲਮਾਨਾਂ ਦੇ ਵੀ ਕਰਦੇ ਨਾ। ਜੀ ਮਹਾਰਾਜ। ਹਾਂਜੀ ਅਸਾਂ ਦੀ ਬਾਹਰ ਲਾ ਕੇ ਸਿੱਖਣਗੇ ਰਾਜ ਵੀ ਮਿਸਤਰੀ ਵੀ, ਉੱਥੇ ਉਹ ਫਿਰ ਖੁਸ਼ੀ ਹੁੰਦੇ। ਜੀ ਮਹਾਰਾਜ। ਇਹ ਕਹਿੰਦੇ ਮੈਂ ਕਿਹਾ ਉਹ ਤਾਂ ਰਾਜਨੀਤੀ ਚੁੱਪ ਕਰੇਗਾ। ਸਾਊਦੀ ਅਰੇਬੀਆ ਜਾਣੇ ਸਿੱਖਾਂ ਚਲੋ ਠੀਕ। ਸੰਤਾਂ ਨੂੰ ਵੀ ਕਹਿੰਦਾ ਹੁੰਦਾ ਸੀ ਤਾਰਾ ਸਿੰਘ, ਜੀ ਮਹਾਰਾਜ। ਤਾਰਾ ਸਿੰਘ ਉਹਨਾਂ ਦਾ ਉੱਥੇ ਰੋੜੇ। ਜੀ ਮਹਾਰਾਜ। ਕਹਿੰਦਾ ਮਹਾਰਾਜ ਅਗੇ ਆਪਣਾ ਰਾਜ ਕਦ ਹੋਊ? ਹਾਂਜੀ ਇਹ ਤਾਂ ਅਸੀਂ ਤਾਂ ਛੋਟੀ ਉਮਰ ਤੇ ਲੱਗੇ ਆ, ਹੋਇਆ ਹੈ ਰੋਜ਼ ਖਾਣੇ ਆ ਫਿਰ ਉਹ ਕਹਿੰਦੇ ਸੰਤ ਕਹਿੰਦੇ ਰਾਜ ਤਾਂ ਆਪਣਾ ਹੈਗਾ ਹੁਣੇ। ਕਹਿੰਦਾ ਆਖੇ ਸਗਲ ਸੇ ਤੇ ਦੁਖੀਆ ਆਪਣਾ ਦੁੱਖ ਭਰਨਾ, ਜੀ ਮਹਾਰਾਜ। ਆਪਣਾ ਚੰਗਾ ਖਾਓ ਪੀਏ ਮਾਰੋ, ਰਾਜ ਹੀ ਹੈ ਹਾਂਜੀ। ਨਾ ਆਪਾਂ ਨੂੰ ਕੋਈ ਕੁਛ ਕਹੇ। ਸਤ ਹੈ। ਉਹ ਇਹ ਰਾਜ ਨਹੀਂ ਤੁਹਾਡੇ ਵਾਲਾ। ਰਾਜ ਉਹ ਜਿਹੜੇ ਟਾਲਾਂ ਲੈਣੀਆਂ ਸਭ ਤੇ, ਜ਼ਮੀਨਾਂ ਦਾ ਕੰਮ, ਜੀ ਮਹਾਰਾਜ। ਉਹਨਾਂ ਨੂੰ ਕੈਦ ਕਰਨਾ ਲੋਕਾਂ ਨੂੰ। ਹਾਂਜੀ। ਔਰ ਕਹਿੰਦਾ ਉਹ ਰਾਜ ਨਹੀਂ ਸਾਡੇ ਪਸੰਦ। ਸੰਤ ਕਹਿੰਦੇ ਹਾਂਜੀ। ਸਾਡੇ ਤਾਂ ਆਹੀ ਰਾਜ ਪਸੰਦ ਆ, ਸਾਰੇ ਮਜਮਾ ਹੁੰਦੇ ਸਨ। ਜੀ ਮਹਾਰਾਜ। ਔਰ ਆਪਣਾ ਬੰਦਗੀ ਕਰੋ, ਰਾਜ ਆਪਣਾ। ਜੀ ਮਹਾਰਾਜ।
ਉਹ ਗਏ ਆਪਣੇ ਮੁੰਡੇ ਉਹਨੂੰ ਜੱਥੇ ਦੀ ਗੱਲ ਕਹਿੰਦੇ ਅੱਛਾ ਮਾਰੇ ਕਰਨੈਲ ਸਿੰਘ ਕਾਫੀ ਜਿਹੜਾ ਸੇਵਕਾਰ ਜੀ ਦਾ ਹਾਂ ਕਰਨੈਲ ਸਿੰਘ ਹਾਂ ਇਹ ਕਾਫੀ ਜਿਹੜਾ ਸੇਵਕਾਰ ਜੀ ਦਾ ਕਰਨੈਲ ਸਿੰਘ ਹਾਂਜੀ ਜਿਹੜਾ ਉੱਥੇ ਸੀਗਾ ਆਪਣੇ ਸਟੀਵਨ ਜੱਗੀ ਦਾ ਮਹਾਰਾਜ ਜੀ ਉਹ ਜੱਗੀ ਦਾ ਪਿਓ ਜੱਗੀ ਦਾ ਪਿਓ ਪਿੰਡ ਕਿਹੜਾ ਦੱਸੋ ਰਾਏਪੁਰ ਹਾਂਜੀ ਰਾयपुर वाले महाराज जी आज दीवान नहीं लगा के पीछे 2 दिन हो गए ਕਰਨੈਲ ਸਿੰਘ हाँ ਹਾਂਜੀ जी ਆ ਰੈਬਰਾ ਹਾਂਜੀ ਉਹ ਇਹ ਤਾਂ ਫਿਰ ਖਾਸਾ ਪੁਰਾਣਾ ਹੁਣ ਗਾਹਾਂ ਰਹਿੰਦਾ ਕੈਨੇਡਾ ਕੈਨੇਡਾ ਹੁਣ ਉੱਥੇ ਗਏ ਨੇ ਕੈਨੇਡਾ। ਤੇ ਹੁਣ ਉਹ ਉਹਨਾਂ ਨੇ ਛੁੱਟੀ ਆਏ ਸੀ 2 ਹਫ਼ਤੇ ਦੀ ਜੀ ਜਾਣਾ ਮਹਾਰਾਜ ਜੀ ਕਾਫੀ ਜਿਹੜਾ ਸੇਵਕਾਰ ਜੀ ਦਾ ਹਾਂ ਕਾਫੀ ਜਿਹੜਾ ਸੇਵਕ ਹੈ ਹਾਂ ਬੜੇ ਚਿਰ ਤੋਂ ਸੰਤਾਨਤਾ ਹੈ ਸਮਝੋ ਵੀ ਬਹੁਤ ਚਿਰ ਰਿਹਾ ਜੀ ਮਹਾਰਾਜ ये नहीं पीछे से रोना रहा ਫਿਰ ਇੱਕ ਹੋਰ ਕਰਨੈਲ ਸਿੰਘ ਇੱਕ ਹੋਰ 3 ਕਰਨੈਲ ਰਹੇ ਨੇ ਅੱਛਾ ਜੀ ਮਹਾਰਾਜ ਸੰਤਾਂ ਦੇ ਅਰਦਲੀ ਜੀ ਮਹਾਰਾਜ ਇੱਕ ਤਾਂ ਬੜਾ ਤੇਜ਼ ਸੀ ਜੀ ਮਹਾਰਾਜ ਗੱਲੀ ਵਾਲੀ ਤਾਂ ਇਹ ਵੀ ਤੇਜ਼ ਆ ਕਾਫੀ ਹਾਂ ਇਹ ਵੀ ਹੈ ਪਰ ਉਹ ਤੇਜ਼ ਬਹੁਤ ਸੀ ਹਾਂਜੀ ਉਹਨੂੰ ਸੰਤਾਂ ਲੈ ਗਏ ਸਿਮਲੇ ਨੂੰ ਜੀ ਮਹਾਰਾਜ ਸਿਮਲੇ ਜਾ ਕੇ ਉਹ ਅੱਛਾ ਨਾ ਸਮਝਿਆ ਸੰਤਾਂ ਨੇ ਉੱਥੋਂ ਮੋੜਤਾ ਜੀ ਮਹਾਰਾਜ ਉੱਥੋਂ ਮੋੜਿਆ ਹੋਇਆ ਫਿਰ ਉਹ ਅਗੇ ਜਾ ਤੋ ਗੁਰਦੁਆਰੇ ਜਾ ਕੇ ਮੋਹਨ ਧਾਰ ਜੀ ਮਹਾਰਾਜ ਗੁਰਦੁਆਰੇ ਆ ਗਿਆ ਆ ਕੇ ਮੋਹਨ ਧਾਰ ਲਿਆ ਉਹਨੇ ਜੀ ਮਹਾਰਾਜ ਫਿਰ ਸਿਮਲੇ ਫਿਰ ਅਸੀਂ ਮੈਨੂੰ ਕਹਿੰਦੇ ਤਾਂ ਤੂੰ ਚੱਲਿਆ ਕਰ ਸਾਡੇ ਨਾਲ ਜੀ ਮਹਾਰਾਜ ਇਹ ਸੰਗਰਾਂਦ ਅਸੀਂ ਇੱਥੇ ਕਰ ਜਾਂਦੇ ਫਿਰ ਸਿਮਲੇ ਚਲੇ ਜਾਣਾ ਜੀ ਮਹਾਰਾਜ ਬਸ ਫਿਰ ਹੁੰਦਿਆਂ ਆਉਂਦੇ ਉਹ ਫਿਰ ਜਦ ਸਿਮਲੇ ਤੇ ਅਸੀਂ ਮੁੜ ਕੇ ਆਏ ਜੀ ਮਹਾਰਾਜ ਤਾਂ ਫਿਰ ਉਹ ਉਹਨੂੰ ਕਹਿੰਦੇ ਇੱਥੋਂ ਤੁਰ ਜਾ ਜੀ ਮਹਾਰਾਜ ਇਹ ਤਾਂ ਚਲੇ ਜਾ ਅੱਗੇ ਜੀ ਮਹਾਰਾਜ ਫਿਰ ਉਹ ਕਹਿੰਦਾ ਮੈਂ ਮੱਥਾ ਟੇਕ ਲਵਾਂ ਜੀ ਮਹਾਰਾਜ ਫਿਰ ਮੱਥਾ ਟਿਕਾਇਆ ਉਹਨੂੰ ਬਾਹਰ ਕੱਢਤਾ ਜੀ ਮਹਾਰਾਜ ਉਹਦੇ ਕੋਈ ਗਲਤੀ ਹੋ ਗਈ ਸੀ ਗਲਤੀ ਕੋਈ ਉਹ ਹੀ ਸੀਗੀ ਕੋਈ ਐਸੀ ਪੈਸੀ ਜੀ ਜੀ ਮਹਾਰਾਜ ਗਲਤੀ ਹੋਈ ਵੀ ਨਹੀਂ ਜੀ ਮਹਾਰਾਜ ਉਹਨਾਂ ਦਾ ਫਿਰ ਜਿਹੜਾ ਆਖੇ ਨਾ ਲੱਗੇ ਜੀ ਮਹਾਰਾਜ ਉਹਨੂੰ ਫਿਰ ਰੱਖਦੇ ਸੱਤੇ ਅਰਦਰ ਚ ਨਹੀਂ ਰੱਖਦੇ ਜਿਹਦਾ ਅਰਦਰ ਹੀ ਬੜੇ ਬਦਲੇ ਇਹਨਾਂ ਨੇ ਜੀ ਮਹਾਰਾਜ ਬਸ ਫਿਰ ਉਹ ਚਲਿਆ ਗਿਆ ਰੈਰੂ ਸਾਹਿਬ ਜੀ ਮਹਾਰਾਜ ਰੈਰੂ ਸਾਹਿਬ ਜਦੋਂ ਉਹ ਪੱਖੀ ਲੈ ਕੇ ਬੈਠ ਗਿਆ ਜੀ ਮਹਾਰਾਜ ਭਗਵਾਨ ਸਿੰਘ ਮਹੰਤ ਦੇ ਮਗਰਲੇ ਪਾਸੇ ਜੀ ਮਹਾਰਾਜ ਜਦ ਮੱਖੀ ਬੈਠੇ ਜੋ ਸਾਰੇ ਜੋ ਦੀ ਢਿੱਡ ਤੇ ਮਾਰੇ ਪੱਖੀ ਡੰਡੀਆਂ ਉਹ ਕਹਿੰਦਾ ਤੂੰ ਤਾਂ ਕੁੱਟਣ ਲੱਗ ਗਿਆ ਉਹਦਾ ਹੀ ਕਹਿੰਦਾ ਮੱਖੀ ਬੇਅਦਬੀ ਕਰਦੀ ਹੈ ਤੇਰੀ ਉਹਨਾਂ ਨੇ ਫਿਰ ਉਹ ਜਿਵੇਂ ਬਾਹਰ ਕੱਢ ਦਿੱਤਾ ਖਬਰਦਾਰ ਇੱਥਿਆ ਜੀ ਮਹਾਰਾਜ ਫਿਰ ਉਹ ਚਲੇ ਗਿਆ ਸਾਹਮਣੇ ਜੀ ਮਹਾਰਾਜ ਬੈਟਿੰਗ ਰੂਮ ਵਿੱਚ ਸਟੇਸ਼ਨ ਤੇ ਪੈ ਗਿਆ ਹਾਂਜੀ ਉੱਥੇ ਉਹਨੇ ਕਈਆਂ ਫੋਟੋ ਸਰਕਾਰੀ ਫੋਟੋ ਇਸ ਤਰ੍ਹਾਂ ਉਹਦੇ ਕੋਲ ਸੀਗਾ
ਤੀਰ ਜਿਹਾ ਇੱਕ ਲੋਹੇ ਦਾ ਜੀ ਮਹਾਰਾਜ ਉਹਦੇ ਨਾਲ ਪੰਤੇ ਜੀ ਜੀ ਮਹਾਰਾਜ ਉਹ ਫੜ ਲਏ ਜੀ ਹਾਂਜੀ ਪੁਲਿਸ ਨੇ ਹਾਂਜੀ ਫੜ ਕੇ ਤੇ ਆਪਣੇ ਨਾਲੇ ਉਹ ਗਏ ਨਾਲ ਸਟੇਸ਼ਨ ਨਾਲੇ ਜੀ ਮਹਾਰਾਜ ਤੇ ਉੱਥੇ ਡਿਊਟੀ ਤੇ ਗਏ ਜੀ ਮਹਾਰਾਜ ਤੇ ਡਿਊਟੀ ਕਹਿੰਦਾ ਕਿ ਤਾਂ ਇਹ ਕੀਤਾ ਕਹਿੰਦਾ ਮਹਾਰਾਜ ਅਸੀਂ ਕਰਨਾ ਸੀ ਜ਼ਿੰਮੇਦਾਰੀ ਦਾ ਤਾਂ ਮੇਰਾ ਹੁਣ ਪਾਸ ਜੀ ਮੇਰਾ ਬੁੱਚਾ ਪੈਸੇ ਮੇਰੀ ਅੱਖ ਲੱਗ ਗਈ ਆ ਪੁਲਿਸ ਵਾਲਿਆਂ ਨੇ ਕਹਿੰਦਾ ਮੇਰੇ ਪੈਸੇ ਕੱਢ ਤੇ ਜਦ ਮੈਂ ਜਾਗ ਆਈ ਤਾਂ ਇਹਨਾਂ ਨੇ ਆਪੇ ਪੰਤੇ ਉਹ ਜਿਹੜੀ ਫੋਟੋ ਸਨ ਹਾਂਜੀ ਤੇ ਇਹ ਕੰਮ ਹੋਇਆ ਨਾ ਇਹ ਦਿੰਦੇ ਸਗੋਂ ਤੁਹਾਡੇ ਲੈਂਦਾ ਹਾਂਜੀ ਬਸ ਕਹਿੰਦਾ ਫਿਰ ਉਹ ਕਹਿੰਦੇ ਤਾਂ ਫਿਰ ਚਲੋ ਹੋ ਕੇ ਇਹਨਾਂ ਨੂੰ ਕਿ ਹੱਥਕੜੀ ਲਾਈ ਸੀ ਉਹਦੇ ਜੀ ਮਹਾਰਾਜ ਉਹਨਾਂ ਨੇ ਉਹਦੇ ਖੋਲ ਕੇ ਤੇ ਪੁਲਿਸ ਵਾਲਿਆਂ ਦਾ ਹੱਥਕੜੀ ਲਾ ਲਈ ਡਿਊਟੀ ਨੇ ਜੀ ਮਹਾਰਾਜ ਫਿਰ ਪੁਲਿਸ ਵਾਲੇ ਉਹ ਕਹਿੰਦੇ ਕਿ ਆਪਣਾ ਰਾਜੀਨਾਮਾ ਕਰ ਲਓ ਜੀ ਫਿਰ ਰਾਜੀਨਾਮਾ ਹੋ ਗਿਆ ਜੀ ਮਹਾਰਾਜ ਰਾਜੀਨਾਮਾ ਹੋ ਗਿਆ ਫਿਰ ਗੁਰਦੁਆਰੇ ਆਇਆ ਜੀ ਮਹਾਰਾਜ ਫਿਰ ਆ ਕੇ ਕਹਿੰਦਾ ਲਓ ਮਹਾਰਾਜ ਹੁਣ ਮੈਂ ਹੁਣ ਤੱਕ ਤਾਂ ਕਮਲ ਕੁੱਟਦਾ ਰਿਹਾ ਹਾਂਜੀ ਹੁਣ ਮੈਂ ਕਹਿੰਦਾ ਕਿ ਥਾਣੇਦਾਰੀ ਮੇਰੀ ਪਾਸ ਕੀਤੀ ਹੈ ਜੀ ਮਹਾਰਾਜ ਪਟਿਆਲੇ ਜਾਣਾ ਜੀ ਪਟਿਆਲੇ ਜਾ ਕੇ ਫਿਰ ਕੁਛ ਦਿਨ ਤਾਂ ਹੋਰ ਥਾਂ ਰਿਹਾ ਜੀ ਫਿਰ ਥਾਣੇਦਾਰ ਹੋ ਗਿਆ ਜੀ ਮਹਾਰਾਜ ਥਾਣੇਦਾਰ ਹੋ ਕੇ ਫਿਰ ਉਹ ਆਇਆ ਕਰੇ ਆਪਣੇ ਟਰੱਕਾਂ ਵਾਲੇ ਕਹਿੰਦੇ ਵੀ ਜਿਹੜੇ ਟਰੱਕ ਮੰਡੀਆਂ 'ਚ ਲੱਗੇ ਨੇ ਉਹ ਆਪਰੇਟਰ ਟਰੱਕ ਕਿਉਂ ਭਰਦੇ ਜੀ ਮਹਾਰਾਜ ਇਹ ਸਾਡਾ ਫਰਜ਼ ਹੈ ਜੀ ਮਹਾਰਾਜ ਇੱਧਰ ਆਏ ਵੀ ਆ ਕਰਦਾ ਤੇ ਫਿਰ ਮੇਰਾ ਗਲੇ ਦੇ ਆਪਰੇਸ਼ਨ ਕਰੇ ਸੀਗੇ ਜੀ ਤੇ ਮੈਂ ਗਿਆ ਤਾਂ ਫਿਰ ਉਹ ਲਿਆ ਕਰੇ 300 ਰੁਪਏ ਦੁੱਧ ਰੋਜ਼ ਜੀ ਮਹਾਰਾਜ ਮੇਰੇ ਨਾਲ ਦੋ ਬੰਦੇ ਸਨ ਹਾਂਜੀ ਤੇ ਇੱਕ ਉਸਨੇ ਆਪਣਾ ਡਾਕਟਰ ਸੀਗਾ ਸਾਡਾ ਹੀ ਜੀ ਮਹਾਰਾਜ ਉਹਨੇ ਅੰਗੀਠੀ ਲਿਆ ਕੇ ਦੇਤੀ ਬਾਈ ਜੀ ਤੇ ਇੱਕ ਹੋਰ ਸੀ ਜੀ ਮਹਾਰਾਜ ਤੇ ਇਹ ਲਿਆ ਕਰ 800 ਰੁਪਏ ਦੁੱਧ ਉਹਨਾਂ ਨੂੰ ਦੇਣ ਜੀ ਮਹਾਰਾਜ ਤਾਂ ਫਿਰ ਉਹ ਜਿਹੜਾ ਮੇਰੇ ਨਾਲ ਕੰਪਿਊਟਰ ਸੀਗਾ ਉਹ ਕਹਿੰਦਾ ਵੀ ਮੈਂ ਤਾਂ ਇੱਕ ਗਲਾਸ ਪੀਣਾ ਬਾਈ ਜੀ ਨੂੰ ਕਹਿੰਦਾ ਆਪਾਂ ਬੰਦ ਕਰ ਦੇ ਜੀ ਮਹਾਰਾਜ ਤੈਨੂੰ ਪਤਾ ਨਹੀਂ ਕਿ ਸੰਗਤਾਂ 'ਚ ਰਹਿਣ ਦਾ ਮੈਂ ਆਪੇ ਪੀ ਲੂ ਤੂੰ ਆ ਗਲਾਸ ਵੀ ਨਾ ਪੀ ਉਹ ਦੋ ਗਲਾਸ ਤੱਤੇ ਕਰਕੇ ਪੀ ਕੇ ਨਾ ਉਹਨਾਂ ਤੇ ਗੱਠੀ ਦਿੱਤੀ ਸੀ ਜੀ ਕਿਸੇ ਤੇ ਫਿਰਿਆ ਕਰੇ ਦੋ ਫੇਰ ਪੀ ਉਹ ਕਹਿੰਦਾ ਮੈਂ ਹੀ ਪੀ ਲੂ ਸਾਰਾ ਫਿਰ ਉਹ ਉੱਥੇ ਵੀ ਸਾਡੀ ਸੇਵਾ ਕਰਦਾ ਰਿਹਾ ਜੀ ਮਹਾਰਾਜ ਫਿਰ ਨਹੀਂ ਆ ਗਏ ਹੁਣ ਉਹਨਾਂ ਦੇ ਉੱਥੇ ਜ਼ਮੀਨ ਲਈ ਆ ਪੁਨਰਹੇੜੀ ਜੀ ਮਹਾਰਾਜ ਉੱਥੇ ਰਹਿੰਦੇ ਨੇ ਜੀ ਫਿਰ ਕਨਾਲ ਸੋ ਇਹ ਰਿਹਾ ਜੀ ਮਹਾਰਾਜ ਅੱਛਾ ਇਹ ਵੀ ਨੂੰ ਗੁਰਵਈ ਰਹਿ ਚੁੱਕਾ ਹੈ ਗੁਰਵਈ ਰਿਹਾ ਸੀ ਕਿੱਥੇ ਗੁਰਵਈ ਬਣਿਆ ਸੀਗਾ ਇਹ ਵੀ ਮਹਾਰਾਜ ਨਾ ਗੜਵਈ ਨਹੀਂ ਰਿਹਾ ਅੱਛਾ ਉਹਦੀ ਸੇਵਾ ਉਹ ਕਰਦੇ ਨਹੀਂ ਰਿਹਾ ਗੜਵਈ ਤਾਂ ਰਲਾ ਸੀ ਰਾਣਾ ਸਿੰਘ ਉਦੋਂ ਬਾਅਦ ਫਿਰ ਰਲਾ ਸੋਂ ਹਟਾਤਾ ਫਿਰ ਲਿਆ ਕਰਨੈਲ ਸਿੰਘ ਹੋਰ ਜੀ ਮਹਾਰਾਜ ਪਟਿਆਲੇ ਦਾ ਉਹ ਜੀ ਮਹਾਰਾਜ ਉਹ ਫਿਰ ਰਿਹਾ ਜੀ ਮਹਾਰਾਜ ਜਦ ਉਹ ਰਿਹਾ ਤਾਂ ਫਿਰ ਜਿਸ ਸੰਤਾਂ ਦੇ ਸਰੀਰ ਤੇ ਬਾਅਦ ਫਿਰ ਉਹ ਵੀ ਫਿਰ ਹਟ ਗਏ ਜੀ ਮਹਾਰਾਜ ਬਾਬੂ ਜੀ ਨੂੰ ਕਿਉਂ ਹਟਾਤਾ ਸੀ ਫਿਰ ਬਾਬੂ ਜੀ ਤਾਂ ਉਹਨੂੰ ਕਹਿੰਦਾ ਮੈਂ 18 ਵਰੇ ਰਿਹਾ ਕਿ ਅੜਦਲੀ ਹੋਰ ਕੋਈ ਸਾਲ 6 ਮਹੀਨੇ ਚੜ ਜਾਂਦਾ ਜੀ ਮਹਾਰਾਜ ਤੇ ਮੈਨੂੰ ਸੰਤਾਂ ਨੇ ਹਟਾ ਕੇ ਆ ਕੇ ਰੜ ਕੰਦੂ ਜੀ ਕਹਿੰਦਾ ਇਕੱਠੇ ਕਰ ਲਏ ਜੀ ਉਹ ਜਿਹਨੂੰ ਕਹਿੰਦੇ ਹੁੰਦੇ ਆ ਉਹ ਛੋਟਾ ਜਿਹਾ ਕਰਾੜ ਹੋਰ ਕਰਾੜ ਮਹਾਰਾਜ ਤੇ ਸੰਤ ਕਹਿੰਦੇ ਤੇਰੇ ਕੋਲੇ ਰੁਪਈਆ ਸਾਡਾ ਕਿੰਨਾ ਹੈ ਤੈਨੂੰ ਪਤਾ ਨਹੀਂ ਤੇ ਤੈਨੂੰ ਉਹ ਥੋੜਾ ਜੀ ਮਹਾਰਾਜ ਬਸ ਫੇਰ ਉਹ ਕਰਨੈਲ ਨੂੰ ਪਤਾ ਸੀ ਉਹਦੇ ਰੁਪਈਆ ਦਾ ਜੀ ਮਹਾਰਾਜ ਨਾ ਉਹਨੇ ਫਿਰ ਦਿੱਲੀ ਅਸੀਂ ਗਏ ਤੇ ਉਹ ਕਰਨੈਲ ਵੀ ਨਾਲ ਸੀ ਜੀ ਕਹਿੰਦਾ ਜੀ ਇਹਦੇ ਕੋਲੇ ਇੰਨਾ ਰੁਪਈਆ ਜੀ ਮਹਾਰਾਜ ਤੇ ਉਹ ਕਰਦਾ ਸੀ ਨਾਲੇ ਕਹਿੰਦਾ ਇਹਨੂੰ ਲੱਖ ਇੱਥੋਂ ਦਿੱਤਾ ਇੰਨਾ ਦਿੱਤਾ ਹੋਰ ਜੀ ਮਹਾਰਾਜ ਸੰਤਾਂ ਨੇ ਜਾਣ ਲੱਗਿਆ ਨਾ ਜਦ ਗਏ ਨਾ ਇੱਥੇ ਆਏ ਨੇ ਜੀ ਮਹਾਰਾਜ ਜਦ ਉਹਨੂੰ ਦੇਖਿਆ ਜੀ ਮਹਾਰਾਜ ਤਾਂ ਫਿਰ ਉਹ ਕਹਿੰਦੇ ਆ ਕਿ ਹੋਰ ਵੀ ਆ ਕੇ ਦੇ
ਜੀ ਬਾਬੂ ਨੇ ਆਖਿਆ ਹਾਂ ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ। ਉਹ ਕਹਿੰਦੇ ਆ ਕਿ ਚੰਗਾ ਨਹੀਂ ਤਾਂ ਚਾਬੀ ਦਿਓ ਫਲਣੀ ਕੋਠੀ ਦੀ। ਮਹਾਰਾਜ ਕਹਿੰਦੇ ਨਾ ਸੰਤਾਂ ਨੇ ਨਹੀਂ ਕਿਹਾ। ਅੱਛਾ ਹਾਂਜੀ ਸੰਤ ਤਾਂ ਬਸ ਇੱਧਰ ਹੀ ਰਹਿ ਗਏ ਜੀ ਦੁਬਾਰੇ ਜੀ ਸੱਚ ਹੈ। ਪਿੱਛੋਂ ਦੀ ਗੱਲ ਆ। ਅੱਛਾ ਜੀ ਉਹ ਕੋਠੀ 'ਚ ਫਿਰ ਉਹਨੇ ਚਾਬੀ ਦੇਤੀ। ਜੀ ਚਾਬੀ ਦੇਤੀ ਤਾਂ ਉਹ ਫਿਰ ਭੱਜ ਕੇ ਚਾਬੀ ਫੜ ਲਈ। ਹਾਂ ਕਹਿੰਦਾ ਮੈਂ ਵੀ ਨਾਲ ਚੱਲਣਾ। ਹਾਂਜੀ। ਉਹਨਾਂ ਦੇ ਵੀ ਮੇਰੇ ਰੱਖੇ ਰੁਪਏ। ਅੱਛਾ ਉਹ ਨਾਲ ਗਏ। ਇਹਨਾਂ ਨੂੰ ਤਾਂ ਚਾਬੀ ਨਹੀਂ ਲੱਗਦਾ ਦਬਲਾਨ ਆਪ ਉਹ ਕੋਬਰੇ ਨੂੰ ਭੱਜ ਗਿਆ। ਅੱਛਾ ਉਹਦੇ ਮਗਰੇ ਉਹ ਭੱਜੇ ਜੀ ਹਾਂ ਤੇ ਫਿਰ ਚਾਬੀ ਲਈ ਤੇ ਫਿਰ ਉਹਦੇ 'ਚ ਲੱਖ ਰੁਪਏ ਕੱਢਿਆ। ਜੀ ਕੋਹੜੀ ਸੀ ਉਹ ਜਥੇਦਾਰ। ਜੀ ਹੋਰ ਸਾਰੇ ਜਿਹੜੇ ਗੁਫਾ ਸੀ ਉਹਦੇ ਚੋਂ ਨਿਕਲੇ ਸਨਗੇ 3 ਲੱਖ। ਗੋਹੇ 3 ਲੱਖ ਨੇ ਪਿਆ ਹਾਂ ਉਹ ਵੀ ਇਹਦੇ ਰੱਖੇ ਸੀ। ਉਹ ਐਸੀ ਬਣਾਈ ਸੀ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਇੱਥੇ ਆ ਕੁਛ। ਜੀ ਇਹ ਫਿਰ ਉਹ ਆਪਣੇ ਲੱਗਾ ਦੇ ਕੇ ਇੱਥੇ ਮੈਨੂੰ ਦੇ ਹਾਂਜੀ ਜੀ ਇਹ ਹੁਣ ਵੀ ਉਹਦੇ ਕੋਲੇ ਬਹੁਤ ਹੈ। ਅੱਛਾ ਜੀ ਉਹ ਬੈਠਾ ਰਹਿੰਦਾ ਫਸੋਂ ਤੇ ਆਪਣੇ ਪੂਰੇ ਭੋਰੇ ਤੇ। ਜੀ ਉਹਦਾ ਹਾਪੜ ਦੇਖੇ ਸੀ ਕਹਿੰਦਾ ਮੇਰੇ ਕੋਲ ਕੁਝ ਨਹੀਂ। ਇੱਕ ਸ਼ਹਿਰ ਆਇਆ ਕਿ ਕਹਿੰਦਾ ਹੋਰ ਕੁਝ ਨਹੀਂ ਹੈ ਮੇਰੇ ਕੋਲ। ਉਹਦਾ ਬਸ ਉਹਨੇ ਤਾਂ ਕੁਝ ਵੀ ਨਹੀਂ ਕਰਨਾ। ਜ਼ਮੀਨ ਉਹਦੇ ਕੋਲੇ ਬਹੁਤ ਆ ਅੱਛਾ ਜੀ ਤੇ ਉਹ ਬਸ ਉਹਦਾ ਆਪਣਾ ਭਰਾ ਹੈ ਚਾਚੇ ਦਾ ਪੁੱਤ। ਜੀ ਮਹਾਰਾਜ ਹੁਣ ਉਹਦੇ ਉਹੀ ਆ। ਉਹਦਾ ਹੋਰ ਨਹੀਂ ਕੋਈ। ਜੀ ਮਹਾਰਾਜ ਉਹ ਸੰਤ ਦਿੰਦੇ ਸਾਰਾ ਆਮ ਲੋਕਾਂ ਨੂੰ ਰੁਪਈਆ। ਜੀ ਮਹਾਰਾਜ ਕਿਸੇ ਨੇ ਇੱਕ ਗੁਜਰਵਾਲ ਦਾ ਬਾਣੀ ਸੀਗਾ। ਉਹ ਮੈਨੂੰ ਕਹਿੰਦਾ ਕਿ ਬੜਾ ਦਾੜਾ ਸੀ ਉਹਦੇ। ਜੀ ਮਹਾਰਾਜ ਉਹ ਕਹਿੰਦਾ ਜੀ ਮੈਨੂੰ ਕੋਕੋ ਕੋਲੇ ਵਾਲਿਆਂ ਦੇ ਨੌਕਰ ਕਰਾ ਦਿਓ ਮੈਂ ਗਰੀਬ ਹਾਂ। ਜੀ ਮਹਾਰਾਜ ਮਰ ਵੀ ਤੂੰ ਉੱਥੇ ਜਾਏ ਹਾੜ ਦੇ ਜੇਠ ਦੇ ਮਹੀਨੇ। ਜੀ ਮਹਾਰਾਜ ਸੰਤ ਉੱਥੇ ਜਾਂਦੇ ਹੁੰਦੇ ਨੇ। ਉਹ ਉੱਥੇ ਹੀ ਹੋਣਗੇ। ਉਹਨਾਂ ਨੂੰ ਕਹਿ ਕੇ ਤੈਨੂੰ ਨੌਕਰੀ ਕਰਦਾ ਦਵਾ ਦੇਣਗੇ। ਸੱਚ ਹੈ ਕਹਿੰਦਾ ਉਹਨਾਂ ਵਿਚਾਰਿਆਂ ਨੂੰ ਕੀ ਕਹਿਣਾ। ਕਹਿੰਦਾ ਹੁਣ ਤਾਂ ਮੇਰੀਆਂ 3 ਲੜਕੀਆਂ ਵਿਆਹੀਆਂ ਉਹ ਘਰਿਆੜ ਦੀ। ਜੀ ਮਹਾਰਾਜ ਤੇ ਫਿਰ ਉਹ ਵੀ ਕੋਈ ਕਹੇ ਤਾਂ ਫਿਰ ਉਹਨੂੰ ਹੋਰ ਰੁਪਏ ਦੇ ਦਿੰਦੇ। ਜੇ ਵਜੀਫੇ ਵੀ ਦੇ ਦਿੰਦੇ ਲੜਕੀਆਂ ਜੇ ਕਾਲਜ ਪੜ੍ਹਦੀਆਂ ਜੀ ਮਹਾਰਾਜ ਗਰੀਬਾਂ ਨੂੰ ਬਸ ਐਂ ਉਹ ਦੇ ਦਿੰਦੇ ਬਹੁਤ। ਉਹ ਕਹਿੰਦੇ ਮਹਾਰਾਜ ਬਹੁਤ ਲੜਕੀ ਚਾਹੀਦੀ। ਉੱਥੇ ਜੀ ਗੰਗਾ ਤੇ ਜੀ ਮਹਾਰਾਜ ਕਮਰੇ ਪਵਾਏ ਉਹਨਾਂ ਨੇ। ਜੀ ਮਹਾਰਾਜ ਇੱਕ ਲੋਪੂ ਦਾ ਸੀਗਾ ਉਹ ਸੰਤਾਂ ਦਾ ਭਤੀਜਾ ਬੜਿਆਂ ਦਾ। ਜੀ ਮਹਾਰਾਜ ਉਹ ਕਹਿੰਦਾ ਮੇਰੇ ਕੋਠਾ ਚ ਆਉਂਦਾ ਤਾਂ ਤੇੜਾ ਆਈਆਂ ਤੇ ਮੈਨੂੰ ਰੁਪਈਆ ਦੇ। ਜੀ ਮਹਾਰਾਜ ਉਹ ਨੂੰ 10,000 ਦਿੱਤਾ। ਜੀ ਮਹਾਰਾਜ ਉਸ ਜ਼ਮਾਨੇ ਵਿੱਚ ਤੇ ਉਹ ਕਹਿੰਦਾ ਉਹਦੇ ਨਾਲ ਸਾਰਿਆਂ ਨੇ ਹੋਰ ਦੇ 10 ਫੇਰ ਦਿੱਤਾ। 20,000 ਨੂੰ ਤੇ ਫਿਰ ਉੱਥੇ ਲਾਇਬ੍ਰੇਰੀ ਬਣਵਾਈ। 48,000 ਰੁਪਏ ਫਿਰ ਉੱਥੇ ਉਹ ਦਿੱਤਾ। ਜੀ ਮਹਾਰਾਜ ਇਉਂ ਉਹ ਰੁਪਈਆ ਦਿੰਦੇ ਸੀ ਗਰੀਬਾਂ ਨੂੰ। ਗਰੀਬਾਂ ਨੂੰ ਪੈਸੇ ਕਹਿੰਦੇ ਕਈ ਬਹੁਤ ਕੁੜੀਆਂ ਵਿਆਹ ਕੀਤੇ ਨੇ ਜੀ। ਕਹਿੰਦੇ ਮਾਮਾ ਭਾਈ ਕਹਿੰਦੇ ਮੈਂ ਕੁੜੀ ਦਾ ਵਿਆਹ ਕਰਨਾ ਹਾਂ ਬਸ ਕੋਈ ਪਰਾਸੀ ਆ ਗਿਆ ਕਹਿੰਦਾ ਪਰਬਾ ਮੈਨੂੰ ਵਿਆਹ ਆਇਆ ਹੈ ਆ ਕਫਨੀ ਤਾਂ ਦੇ। ਅੱਛਾ ਕਫਨੀ ਰੇਸ਼ੇ ਦੀ ਕਫਨੀ ਸੀ। ਉਹ ਸੰਤਾਂ ਨੇ ਲਾ ਕੇ ਉਹ ਦੇ ਫੜਾ। ਅੱਛਾ ਇੱਕ ਕਹੇ ਕੜੀ ਦੇ ਹਾਂਜੀ ਤਾਂ ਕੜੀ ਉਸਨੇ ਚੰਗੀ ਕੜੀ ਫੜਾਉਣ ਲੱਗੇ ਸੀ ਰਲਾ ਸੋਨੇ। ਉਹ ਕਹਿੰਦੇ ਆ ਹੋਰ ਕੜੀ ਹੈ ਜੀ। ਉਹਨੇ ਬਾੜੀ ਜਿਹੜੀ ਬਰਾਨਾ ਹੋ ਜਾਂਦੀ ਸੀ ਉਹ ਦੇਤੀ। ਜੀ ਮਹਾਰਾਜ ਕਹਿੰਦਾ ਪਰਮ ਤਾਂ ਚੰਗੀ ਦੇਣ ਲੱਗੇ ਸੀ ਅੜਦਲੀ ਮਾਰਾ। ਉਹ ਤਾਂ ਚਾਕੇ ਜਦੇ ਫੜਾਉਂਦੇ ਸਨ। ਜੀ ਮਹਾਰਾਜ
ਉਹ ਕਹਿੰਦੇ ਜਦੋਂ ਅੱਖਾਂ ਦਾ ਆਪਰੇਸ਼ਨ ਕਰਦੇ ਸੀ ਕਿ ਬਹੁਤੇ ਫੀਸਾਂ ਆਪਦੇ ਕੋਲ ਦਿੰਦੇ ਸੀ ਕਹਿੰਦੇ ਹਾਂ ਅੱਖਾਂ ਦੇ ਆਪਰੇਸ਼ਨ ਜਦੋਂ ਕਰਦੇ ਸੀਗੇ ਉੱਥੇ ਹਾਂ ਕੈਂਪ ਲਾਉਂਦੇ ਸੀ ਕਹਿੰਦੇ ਉਹਨੂੰ ਬਹੁਤੇ ਫੀਸਾਂ ਆਪ ਦਿੰਦੇ ਜੀ ਕੋਈ ਪੈਸੇ ਨਹੀਂ ਸੀ ਹੁੰਦੇ ਅੱਛਾ ਹਾਂਜੀ ਉੱਥੇ ਆਪਣੇ ਹਾਂਜੀ ਰਣ ਸਾਹਿਬ ਅੱਖਾਂ ਵਾਲੇ ਤਾਂ ਲੈਂਦੇ ਕੁਛ ਨਹੀਂ, ਜੀ ਮਹਾਰਾਜ ਉਹ ਨਹੀਂ ਪੈਸੇ ਲੈਂਦੇ। ਉਹ ਹੀ ਲੈਂਦੇ ਉਹ ਤਾਂ ਸਿਰਫ ਜਿਹੜੇ ਲਵਾਉਣਗੇ ਨਾ ਐਨਕ, ਜੀ ਮਹਾਰਾਜ ਉਹਦੇ ਨੰਬਰ ਦੇਣਗੇ ਤੇ ਐਨਕ 20 ਰੁਪਏ ਨੂੰ ਦੇਈ ਜਾਂਦੇ ਸੱਤ ਇਹ ਲੋਕਾਂ ਨੂੰ, ਨਹੀਂ ਤਾਂ ਬੜਾ ਲੱਗਦਾ। ਉਹ ਰਾੜਾ ਸਾਹਿਬ ਕਰਕੇ ਕੋਈ ਪੈਸਾ ਨਹੀਂ ਸੀ ਲੈਂਦੇ ਹਾਂ ਰਾੜੇ ਸਾਹਿਬ ਹੁਣ ਬਸ ਜਦੋਂ ਸਮਾਨ ਉਹਨਾਂ ਨੇ ਆਉਣਾ ਫਿਰ, ਜੀ ਮਹਾਰਾਜ ਜਿਹੜੇ ਅਸੀਂ ਤਰੀਕ ਦੇਾਂਗੇ ਉਸ ਤਰੀਕ ਤੇ ਆਉਣਗੇ ਫਿਰ। ਸੱਤ ਕਿੰਨੇ ਕੁ ਬੰਦੇ ਦਾ ਆਪਰੇਸ਼ਨ ਹੋ ਜਾਂਦਾ ਸੀ ਘਰ ਬਹੁਤ ਆ ਜਾਂਦੇ ਨੇ ਉੱਥੇ 100 ਆਦਮੀ, 200 200 ਬੰਦਾ ਉਹਨਾਂ ਦੇ ਜੋੜ ਦਿੰਦੇ ਨੇ। ਫਿਰ ਹੁਣ ਤੁਹਾਡੇ ਇੰਨੇ 100 ਹੋ ਗਿਆ, ਜੀ ਮਹਾਰਾਜ ਉਹ ਪਹਿਲੇ ਸਾਲ ਤੋਂ ਲਾ ਕੇ 100 ਹੋਇਆ, ਕਿਸੇ ਦਾ 150 ਹੋਇਆ, ਕਿਸੇ ਦਾ 200-300 ਹੋਇਆ, ਜੀ ਮਹਾਰਾਜ ਹੁਣ 800-900 ਦਾ ਹੋਇਆ। ਜੀ ਮਹਾਰਾਜ ਹਰੇਕ ਸਾਲ ਆਉਂਦੇ ਨੇ। ਜੀ ਮਹਾਰਾਜ ਪਾਣੀ ਜਲ ਪਾਣੀ ਉਹਨਾਂ ਨੂੰ ਪਹਿਲਾਂ ਤਾਂ ਸਾਥੋਂ ਉਹ ਜਿਹਦੇ ਅੱਖ ਦਾ ਆਪਰੇਸ਼ਨ ਹੋਇਆ ਹੁੰਦਾ, ਇੱਕ ਛਟਾਂਕ ਘਿਓ ਪਵਾਉਂਦੇ ਖਿਚੜੀ 'ਚ, ਜੀ ਮਹਾਰਾਜ ਲਾਪਸੀ 'ਚ, ਜੀ ਮਹਾਰਾਜ ਵੀ ਇਹਦੀ ਅੱਖਾਂ ਦਾ ਹਿੱਲਣਾ, ਜੀ ਮਹਾਰਾਜ ਤੇ ਉਹ ਲਾਪਸੀ ਖਾਣੀ ਸਿਖਾ ਲਈ ਜੀ ਮਹਾਰਾਜ ਦੇਸੀ ਘਿਓ। ਜੀ ਮਹਾਰਾਜ ਦੂਜੇ ਦਿਨ ਖਿਚੜੀ 'ਚ ਫੇਰ ਦੇਸੀ, ਸੱਤ ਭਾਵੇਂ 100 ਹੋਵੇ 200 ਹੋਵੇ, ਫਿਰ ਉਹ ਪੀਪੇ ਰੱਖਦਾ ਬਾਬਾ, ਜੀ ਮਹਾਰਾਜ ਫਿਰ ਉਹ ਹੀ ਬਣਾ ਕੇ ਦਿੰਦਾ। ਸੱਤ ਤੇ ਫਿਰ ਉਹਨਾਂ ਨੂੰ ਪ੍ਰਸ਼ਾਦ ਪਾਣੇ ਉਹਦੇ ਜਿਹੜੇ, ਜੇ ਇੱਕ ਹੁੰਦਾ ਆਪਰੇਸ਼ਨ ਵਾਲਾ ਤਾਂ ਦੋ ਜਾਂ ਉਹਦੇ ਬਿਮਾਰਦਾਰ ਵੀ ਹੁੰਦੇ, ਸੱਤ ਫਿਰ ਉਹ ਸਾਰੇ ਉਹਦੇ ਉੱਥੇ ਰੌਣਕਾਂ ਤਕੜੀਆਂ ਹੋ ਜਾਂਦੀਆਂ। ਜੀ ਮਹਾਰਾਜ ਸਤਿ ਸ੍ਰੀ ਅਕਾਲ। ਤੇ 200-300 ਬੰਦੇ ਦਾ ਸਾਲ ਦਾ ਆਪਰੇਸ਼ਨ ਹੋ ਜਾਂਦਾ ਹੈ ਹੈਂ? ਸਾਲ ਬਾਅਦ 200-300 ਬੰਦੇ ਦਾ ਆਪਰੇਸ਼ਨ ਹੁੰਦਾ ਉੱਥੇ ਹਾਂ ਉਹ ਜੋ ਜਿੰਨੀਆਂ ਅੱਖਾਂ ਵਾਲੇ ਆ ਜਾਣ ਜੀ ਮਹਾਰਾਜ ਉਹ ਸਾਰਿਆਂ ਦਾ ਕਰਕੇ ਹੀ ਛੱਡ। ਸੱਤ ਜਿਹਦਾ ਨਾ ਹੋਣਾ ਹੋਵੇ ਉਹਨੂੰ ਵੇਖਾਂ ਦੇਖ ਕੇ ਜਵਾਬ ਦੇ ਦਿੰਦੇ। ਜੀ ਮਹਾਰਾਜ ਤੇ ਬਵਾਸੀਰ ਵਾਲਾ ਵੀ ਕਾਫੀ ਬੰਦੇ ਹੋਏ ਨੇ ਬਵਾਸੀਰ ਵਾਲੇ ਜਿਨ੍ਹਾਂ ਨੂੰ ਹੁੰਦਾ ਆ ਉਹ ਉਦੋਂ ਪਰਚਿਆਂ 'ਚ ਕਢਾ ਦਿੰਦਾ ਉਹ। ਜੀ ਮਹਾਰਾਜ ਜੇ ਉਹ ਆ ਜਾਂਦੇ ਨੇ ਦਾਖਲ ਹੋ ਗਏ ਤਾਂ ਫਿਰ ਉਹ ਇਹਨਾਂ ਤੋਂ ਆਸੇ-ਪਾਸੇ ਕਰਦਾ ਕੰਮ, ਅੱਛਾ ਜੀ ਉਹਨੂੰ ਕਮਰਾ ਦੇ ਦਿੰਦੇ, ਸੱਤ ਉਹ ਦਵਾਈ ਲਾ ਦਿੰਦਾ ਜਾਂ ਉਹ ਕਰਦਾ ਕੰਮ ਕਰੋ। ਜੀ ਮਹਾਰਾਜ ਚੌਥੇ ਦਿਨ ਉਹ ਸਾਰੇ ਐ ਮੋਕੋ ਐ ਕਰ ਦਿੰਦਾ ਵਾ, ਸੱਤ ਇਹ ਦਵਾਈ ਇਹ ਜੀ ਮਹਾਰਾਜ ਇਹ ਲੜਕੀਆਂ ਤੇ ਹਜ਼ਾਰਾਂ ਦੀ ਤਾਦਾਦ ਕਾ ਵਿਆਹ ਕੀਤਾ ਮਹਾਰਾਜ ਜੀ ਨੇ, ਨਾ ਹਜ਼ਾਰਾਂ ਬਹੁਤ ਦੀ ਤਾਦਾਦ ਲੜਕੀਆਂ ਨੇ ਵਿਆਹ ਕੀਤੇ, ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਜਾ ਕੇ ਕਹਿਣਾ ਚੰਗਾ ਪਹਿਲਾਂ ਜਿਹਨੂੰ ਪੈਸੇ ਚਾਹੀਦੇ ਨੇ। ਹਾਂ ਬੜੇ ਲੜਕੀਆਂ ਸ਼ਾਦੀਆਂ ਆਪਰੇਸ਼ਨ ਅੱਖਾਂ ਦੇ ਬਹੁਤ ਸੀ, ਸਾਰੇ ਪੈਸੇ ਕੋਲ ਭਰ ਦਿੰਦੇ ਸੀ, 200-300 ਬੰਦੇ ਦਾ ਭਰ ਦਿੰਦੇ ਸੀ ਉੱਥੇ, ਸਾਰੇ ਖਰਚਾ ਦੇ ਕੋਲ। ਮਹਾਰਾਜ ਜੀ ਗਿੱਲ ਸਾਹਿਬ ਆਏ ਨੇ, ਹਾਂ ਗਿੱਲ ਸਾਹਿਬ ਨੇ ਇੱਥੇ ਅੱਛਾ ਕਾਫੀ ਵੱਡੇ ਬਿਜ਼ਨਸਮੈਨ ਨੇ ਜੀ ਇੱਥੇ, ਹਾਂ ਬਹੁਤ ਵੱਡੇ ਵਪਾਰੀ ਨੇ ਇੱਥੇ ਆਪਣੇ। ਅੱਛਾ ਹਾਂਜੀ ਕਿ ਕਾਸ ਦਾ ਵਪਾਰ ਕਰਦੇ ਨੇ। ਮਹਾਰਾਜ ਜੀ ਮੇਰੇ ਕੋਲ ਦੁਕਾਨਾਂ ਨੇ ਕੱਪੜੇ ਦੀਆਂ, ਕਲੋਥ ਜਿਹੜੇ ਰੈਡੀਮੇਡ ਹੁੰਦੇ ਨੇ, ਅੱਛਾ ਹਾਂ ਜਨਾਨੀਆਂ ਦੇ ਮੇਨਲੀ, ਤੇ ਬਾਕੀ ਇੱਕ ਛੋਟਾ ਜਿਹਾ ਹੋਟਲ ਹੈ, ਹੋਟਲ ਵੀ ਹੈਗੇ ਜੀ, ਕੁਛ ਅੱਛਾ ਮਕਾਨ ਨੇ ਬਸ। ਮਕਾਨ ਬਹੁਤ ਮਕਾਨ ਕਾਫੀ ਨੇ ਗਰੀਬ ਨਾਲ ਇਹਨਾਂ ਦੇ। ਚੰਗਾ ਸਭ ਬਾਬਾ ਜੀ ਸਾਧ ਸੰਗਤ ਦੀ ਬਖਸ਼ਿਸ਼, ਹੈ। ਸਾਧ ਸੰਗਤ ਦੀ ਬਖਸ਼ਿਸ਼ ਹੈ, ਅੱਛਾ ਸਭ ਗੁਰੂ ਦੀ ਬਖਸ਼ਿਸ਼ ਹੈ। ਅਸੀਂ ਚੌਕੀਦਾਰ ਦੀ ਤਰ੍ਹਾਂ ਪਹਿਰਾ ਦੇਣ ਵਾਲੇ ਆ, ਬਾਕੀ ਤਾਂ ਸਭ ਗੁਰੂ ਦਾ ਹੈ, ਦਾਸ ਸਭ ਗੁਰੂ ਦੀ ਹੈ। ਆਪ ਜੀ ਵਰਗੇ ਮਹਾਂਪੁਰਸ਼ਾਂ ਦੀ ਅਸੀਂ ਸਾਧ ਸੰਗਤ ਦੀ ਅਸੀਸ ਦਾ ਸਦਕਾ, ਠੀਕ ਹੈ। ਗੁਰੂ ਖਾਨ ਦੀ ਅਸੀਸ ਦਾ ਸਦਕਾ। ਇਹਦੇ ਤਾਂ ਝਟਕਾ ਬਹੁਤਾ ਚੱਲਦਾ ਹੋਊ, ਜੀ ਹੋਟਲਾਂ 'ਚ ਕਹਿੰਦੇ ਝਟਕਾ ਵਾ ਜ਼ਿਆਦਾ ਬਣਦਾ ਹੋਊ। ਅਸੀਂ ਬਾਬਾ ਜੀ ਨਹੀਂ ਖਾਣਾ ਪੀਣਾ ਨਹੀਂ ਦਿੰਦੇ, ਇਹ ਹੈਗੇ ਸਿਰਫ ਬ੍ਰੇਕਫਾਸਟ ਹੀ ਹੁੰਦੀ ਹੈ, ਸਵੇਰੇ ਰੋਟੀ ਦਿੰਦੇ ਉਹ,
ਉਹਦੇ ਚ ਅੰਡਾ ਹੁੰਦਾ ਹੁੰਦਾ, ਬਾਕੀ ਨਹੀਂ ਝਟਕਾ ਨਹੀਂ ਹੁੰਦਾ। ਠੀਕ ਹੈ। ਹਾਂਜੀ, ਅਸੀਂ ਬਸ ਇਸ ਤਰ੍ਹਾਂ ਦੇ ਰੱਖੇ ਹੋਏ ਆ ਰਾਇਸ਼ ਤਾਂ ਹੀ ਹੁੰਦਾ ਇਹਨਾਂ ਨੇ ਹੋਟਲ ਸਵੇਰੇ ਚਾਹ ਪਾਣੀ ਦੇਣੀ ਹੈ ਬਸ। ਹੋਰ ਰੋਟੀ ਟੁੱਕ ਨਹੀਂ ਹੁੰਦਾ। ਨੌਕਰ ਰੱਖੇ ਹੋਣਗੇ? ਹਾਂਜੀ, ਸਾਰੇ ਲੋਕ ਕਾਫੀ ਬਈ ਮਕਾਨ ਹੋਣਗੇ ਜਿਨ੍ਹਾਂ ਦੇ ਵਿੱਚ ਉਹ ਆਪਣਾ ਖਾਣਾ ਪਾਣਾ ਆਪ ਪਕਾਉਂਦੇ, ਥੋੜੇ ਚਿਰ ਵਾਸਤੇ 3 ਮਹੀਨੇ 6 ਮਹੀਨੇ ਵਾਸਤੇ ਆਉਂਦੇ। ਠੀਕ ਹੈ। ਅਰਬ ਦੇਸ਼ਾਂ ਤੋਂ ਕਾਫੀ ਆਉਂਦੇ ਆ, ਉਹ ਇਲਾਜ ਵਾਸਤੇ ਆਉਂਦੇ ਇੱਥੇ ਬਹੁਤ ਲੋਕ, ਕਿਉਂਕਿ ਉਹਨਾਂ ਦੀ ਗਵਰਨਮੈਂਟ ਪੈਸੇ ਦਿੰਦੀ ਹੈ ਉਹਨਾਂ ਨੂੰ। ਅੱਛਾ। ਹਾਂ, ਉਹ ਖਾਸੇ ਨੇ ਸਾਡੇ ਕੋਲ, ਕੋਈ 100 ਇਹੋ ਜਿਹੇ ਹੈਗੇ। ਉਹਨਾਂ ਤੋਂ ਤੇਲ ਲੈਂਦੇ ਨੇ। ਹਾਂ, ਤੇਲ ਦੇ ਪੈਸੇ ਆਉਂਦੇ ਆ, ਫਿਰ ਗਵਰਨਮੈਂਟ ਨੂੰ ਖਰਚਾ ਦੇ ਜਾਂਦੀ ਹੈ ਤਾਂ ਕਿ ਕੋਈ ਦਵਾ ਮੋਲਾ ਨਾ ਪਾਉਣਾ, ਆਪਣਾ ਚੁੱਪ ਕਰਕੇ ਖਾਈ ਪੀ ਜਾਣ ਬਸ। ਹਾਂ, ਕੰਮ ਤਾਂ ਉਹ ਕਰਦੇ ਨਹੀਂ ਕੋਈ। ਕੰਮ ਉਹਨਾਂ ਨੇ ਕੀ ਕਰਨਾ? ਉਹ ਵੀ ਬੜੇ ਗੰਦੇ ਨੇ। ਕੰਮ ਤਾਂ 3 ਮਹੀਨੇ ਰਹਿ ਜਾਣ ਤਾਂ ਮੁੜ ਕੇ ਸਾਰਾ ਡੈਕੋਰੇਟ ਕਰਨਾ ਪੈਂਦਾ, ਸਾਰਾ ਫਰਨੀਚਰ ਬਦਲਣਾ ਪੈਂਦਾ। ਪਰ ਇਹ ਵੀ ਪੈਸੇ ਉਹਨੇ ਦੇ ਦਿੰਦੇ ਆ ਜਿਹੜਾ ਵੀ ਖਰਚਾ ਹੋਣਾ। ਇਹ ਬਾਣੀਆਂ ਸਾਖੀ ਸੁਣਾਉਂਦਾ ਹੁੰਦਾ ਹੈ, ਕਹਿੰਦਾ ਰੱਬ ਨੇ ਜਦ ਇਹ ਕੰਮ ਤੋਰਿਆ ਨਾ ਸਾਰੇ ਦੁਨੀਆ ਦਾ, ਤਾਂ ਕਿ ਸਾਰਿਆਂ ਨੂੰ ਪੁੱਛਿਆ ਤੂੰ ਕੀ ਕਰਿਆ ਕਰੇਗਾ। ਇਹ ਬਾਣੀ ਨੇ ਕਿਹਾ ਜੀ ਮੈਂ ਤੋਲਿਆ ਕਰੂੰ। ਜੀ ਮਹਾਰਾਜ। ਤੇ ਫਿਰ ਹੋਰ ਨੂੰ ਪੁੱਛਿਆ, ਮੈਂ ਚਮਿਆਰਾਂ ਨੂੰ ਪੁੱਛਿਆ, ਕਹਿੰਦਾ ਵੈਸੇ ਜੀ ਜੋੜੇ ਛਾਵੇਂ ਬੈਠ ਕੇ ਜੋੜੇ ਹੁਣ ਤਾਂ ਖਿਜਮ ਆਉਂਦੇ ਨੇ, ਜੀ ਮਹਾਰਾਜ। ਇਹ ਛਾਵੇਂ ਬੈਠ ਕੇ ਜੋੜੇ ਕੇ ਲੋਕਾਂ ਦੱਸਿਆ ਕਰਾਂ। ਜੀ ਮਹਾਰਾਜ। ਇਹ ਸਾਰਿਆਂ ਨੇ ਆਪਣਾ ਆਪਣਾ ਕੰਮ ਦੱਸੇ। ਫਿਰ ਅਖੇ ਜੱਟ ਨੂੰ ਪੁੱਛਿਆ, ਕਮਲਾ ਜਿਹਾ ਪਿੱਛੇ ਖੜਾ ਸੀਗਾ, ਵੀ ਤੂੰ ਕੀ ਕਰੇਗਾ? ਕਹਿੰਦਾ ਮਾਂ ਜੀ ਜ਼ਮੀਨ ਵਾਹਿਆ ਕਰੂੰ। ਜੀ ਮਹਾਰਾਜ। ਕਹਿੰਦਾ ਸਾਰੀ ਦੁਨੀਆ ਦੀ ਤੈਨੂੰ ਦੇਤੀ ਜ਼ਮੀਨ। ਜੀ ਮਹਾਰਾਜ। ਹੁਣ ਜਿੱਥੇ ਵੀ ਹਲੇ ਚੱਲਦੇ ਜ਼ਿਮੀਦਾਰੀ ਹੈ ਉਹੀ ਹੋਵੇ। ਤੇ ਉਹ ਦੂਏ ਕਹਿੰਦੇ ਕਿ ਬਾਣੀ ਕਹਿੰਦੇ ਕਿ ਇਹਨੂੰ ਜ਼ਮੀਨ ਦਿੱਤੀ, ਇਹਨੇ ਸਾਨੂੰ ਵੜਨ ਨਹੀਂ ਦੇਣਾ ਜ਼ਮੀਨਾਂ 'ਚ। ਜੀ ਮਹਾਰਾਜ। ਮੈਦਾਨ ਵੀ ਜਾਣਾ, ਇੱਧਰ ਉੱਧਰ ਵੀ ਜਾਣਾ। ਕਹਿੰਦੇ ਤੁਹਾਨੂੰ ਇਹ ਕਮਾ ਕੇ ਖਵਾਇਆ ਕਰੋ। ਜੀ ਮਹਾਰਾਜ। ਤੁਸੀਂ ਕਿਉਂ ਰੋਂਦੇ ਹੋ? ਇਹਨੂੰ ਅਕਲ ਨਹੀਂ ਹੋਣੀ। ਕਹਿੰਦਾ ਹੁਣ ਅਸੀਂ ਕਿ ਫਿਰ ਮੁਸਲਾ ਖੜਾ ਸੀ, ਜੀ ਮਹਾਰਾਜ। ਉਹਨੂੰ ਕਹਿੰਦਾ ਕਿ ਉਹ ਤੂੰ ਕੀ ਕਰੇਗਾ? ਕਹਿੰਦਾ ਮੈਂ ਹਲ ਵਾਹਿਆ ਕਰੂੰ। ਜੀ ਮਹਾਰਾਜ। ਕਹਿ ਬਲਦ ਜੱਟ ਨੇ ਤਾਂ 3 ਬਲਦ ਮੰਗੇ, ਵੀ ਇੱਕ ਬਿਮਾਰ ਹੋ ਜੂ ਤਾਂ ਦੂਏ 2 ਚੱਲਦੇ ਰਹਿਣ। ਉਹ ਕਹਿੰਦਾ 1 ਬਲਦ। ਹਾਂਜੀ। ਕਹਿੰਦਾ 1 ਬਲਦ ਨਾ ਹੋ ਚੱਲ ਜੂ। ਕਹਿੰਦਾ ਜੱਟ ਦਾ ਚਰਾ ਲਾਂਗੇ। ਇਹਨਾਂ ਨੇ ਚੋਰੀ ਮੰਗੀ ਫਸਲਾਂ ਇਹ ਨਹੀਂ ਛੱਡਦੇ। 2 ਬਲਦ ਨਹੀਂ ਮੰਗੇ ਸਾਰੇ ਨੇ। ਫਿਰ ਕਿ ਸਾਰਿਆਂ ਨੇ ਕਰਕੇ ਹੁਣ ਕਹਿੰਦਾ ਦੇਖੋ ਜ਼ਿਮੀਂਦਾਰ ਲਿਜਾਂਦਾ ਗੱਡਾ ਕਣਕ ਦਾ, ਸਾਡੀ ਦੁਕਾਨ ਤੇ ਆਉਂਦਾ ਹੈ। ਦੁਕਾਨ ਤੇ ਆ ਕੇ ਅਸੀਂ ਕਹਿੰਦੇ ਆ ਗੱਡਾ ਟੈਰੀ ਕਰੋ ਸਾਡੇ ਜਿਹੜੇ ਸੇਵਾ ਕਰਦੇ ਨੇ। ਤੇ ਚੌਧਰੀ ਨੂੰ ਮੰਜਾ ਡਾਓ ਸ਼ਾਮੇ। ਮੰਜਾ ਦਾ ਤਾਂ ਇੱਕ ਛਟਾਂਗ ਪਾ ਕੇ ਚੀਨੀ ਕੇ 1 ਪਾਣੀ ਦਾ ਗਲਾਸ ਪਿਲਾਤਾ। ਲਾ ਚੌਧਰੀ ਬੈਠੋ, ਉਹ ਬੋਲ ਬਣਾਓ ਬਈ। ਬੋਲ ਤਾਂ ਬਣਾ ਕੇ ਲਿਆਇਆ ਸੀ। ਉਹਨਾਂ ਨੇ ਤਾਂ ਇਕੱਠਾ ਜਿਹਾ ਕਰਕੇ 2.5 ਬੁੱਕ ਗਊਸ਼ਾਲਾ ਦੇ। ਚੱਲ ਜੇ 2.5 ਦਿਨ ਉਹ ਵਿੱਚੋਂ ਬੋਲ ਤੇ ਬਣਾਈ। ਉਹ ਕੰਮ ਕਰੀਏ ਸਾਡੇ ਕੰਮ ਕਰਦੇ ਜਿਹੜਾ ਉਹਨੂੰ ਵੀ 2.5 ਬੁੱਕ। ਇਹ ਬੋਲਦਾ ਨੇ ਵੀ ਮੈਂ ਚੌਧਰੀ ਹਾਂ। ਦੇਖਦਾ ਤਾਂ ਹੈ ਵੀ ਲਟਾਈ ਜਾਂਦਾ ਹੈ। ਚੌਧਰ ਜਾਂਦੀ ਹੈ। ਫੇਰ ਜ਼ਿਮੀਂਦਾਰ ਦੀ ਕਲਾੜੀ ਚੱਲਦੀ ਹੈ। ਅਸੀਂ ਜਾਣ ਕੇ ਕੋਲ ਦੀ ਲੰਘਣਾ, ਉਹਦੇ ਕੋਲੇ ਨਹੀਂ ਜਾਣਾ। ਉਹਨੇ ਗੰਨਾ ਐ ਲਾਉਂਦਾ ਨਾ ਗਾੜੀ ਨੂੰ, ਭੱਜਣਾ ਮਗਰ ਲਾਲਾ ਜੀ ਕੋਲ ਦੀ ਜਾਂਦੇ ਗੁੜ ਖਾਓ ਗੁੜ ਖਾਓ। ਉਹ ਕਹਿੰਦੇ ਬਸ ਚੌਧਰੀ ਜੀ ਗੁੜ ਖਾਣਾ, ਨਿਆਣੇ ਖਾਣਗੇ ਆ ਪਹਿਲੀ ਲੈ ਜਾਓ। ਕਹਿੰਦਾ ਮੈਂ ਤਾਂ ਚੱਕ ਹੋਣੀ ਹੈ। ਨਾਲੇ ਪਹਿਲੀ ਚੱਕਦਾ ਤੇ ਗੰਨਿਆਂ ਦੀ ਪੂਲੀ ਚੱਕਦਾ, ਘਰ ਛੱਡ ਕੇ ਜਾਂਦਾ ਸਾਨੂੰ। ਅਸੀਂ ਤਾਂ ਇਹ ਉਹਦੇ ਨਾਲ ਕਰਦੇ, ਉਹ ਸਾਡੇ ਨਾਲ ਇਹ ਕਰਦਾ। ਕਮਲਾ ਰੱਖਿਆ ਨਾ। ਤੇ ਹੁਣ ਕਹਿੰਦਾ ਪਿੰਡਾਂ 'ਚ ਤੁਸੀਂ ਸਕੂਲ ਕਰਤੇ। ਕਹਿੰਦਾ ਹੁਣ ਸਾਡੇ ਹਿਸਾਬ ਵੀ ਕਰ ਲੈਂਦੇ ਨੇ ਮੁੰਡੇ ਪੜ੍ਹ ਕੇ ਨਾ। ਹੁਣ ਅਸੀਂ ਪਿੰਡ ਛੱਡਦੇ ਕਿਉਂ ਹੁਣ ਇਹ ਤਾਂ ਲੁੱਟਣ ਨੂੰ ਥਾਂ ਨਹੀਂ। ਕਹਿੰਦਾ ਹੁਣ ਮੰਡੀਆਂ 'ਚ ਚਲੇ ਗਏ। ਮੰਡੀਆਂ ਦੇ ਵਿੱਚੋਂ ਕਹਿੰਦਾ ਹਿੰਦੀ ਪੰਜਾਬੀ ਦਾ ਪੈ ਗਿਆ ਰੌਲਾ। ਅਸੀਂ ਆਖਿਆ ਉਹ ਕਹਿੰਦਾ ਇਹਨਾਂ ਦਾ ਤਾਂ ਦਫ਼ਤਰ ਜੱਟਾਂ ਦਾ ਹੈ ਨਹੀਂ।
ਇਹ ਦਫ਼ਤਰਾਂ 'ਚ ਜਿਹੜੀ ਨਿਕਲਦੀ ਚੀਜ਼ ਉਹ ਸਾਰੇ ਪੜ੍ਹ ਲੈਂਦੇ ਨੇ। ਜੀ ਇਹਨਾਂ ਨੇ ਢਡਾਰੀ ਦੇ ਟਿੱਬਿਆਂ ਤੇ ਬਹਿ ਕੇ ਗੁਰਮਤਾ ਕਰਨਾ ਜੀ ਵੀ ਰਾਤ ਰਾਤ ਸਾਰਾ ਲੁਧਿਆਣਾ ਨੂੰ ਪੜ੍ਹਦੇ ਆਪਾਂ। ਹਾਂਜੀ ਬਸ ਜਾ ਕੇ ਵੱਢਣ ਲੱਗ ਜਾਣਾ, ਕਿਹਨੇ ਪੁੱਛਣਾ ਨਹਿਰੂ ਲਈ ਫਿਰੇ ਫੌਜਾਂ ਚ ਤਾਂ ਹੁਣ ਨਹੀਂ ਜਿਹੜੇ ਵੱਢਦੇ। ਹੁਣ ਅਸੀਂ ਵੱਡੇ ਸ਼ਹਿਰਾਂ 'ਚ ਚਲੇ ਜੀ ਉਹ ਲਾਲਚ ਨੂੰ ਹੁੰਦਾ ਹਿਰਦਾ ਮਲ ਹੁੰਦਾ, ਉਹ ਮੇਰੇ ਕੋਲ ਬੜੀਆਂ ਗੱਲਾਂ ਕਰਦਾ। ਕਹਿੰਦਾ ਤੁਸੀਂ ਆ ਕੇ ਰੌਲੇ ਗੋਲੇ 'ਚ ਤੁਸੀਂ ਨਹੀਂ ਇੱਥੋਂ ਹਿੱਲੇ, ਜਿਹੜਾ ਉਹ ਮੁਸਲਮਾਨਾਂ ਦਾ ਬਦਲੇ ਬੜੇ ਹੋਇਆ। ਜੀ ਮਹਾਰਾਜ ਮੈਂ ਕਿਹਾ ਅਸੀਂ ਕਿਉਂ ਸੁਣਨਾ, ਆ ਤੁਹਾਡੇ ਆਦਮੀ ਵੀ ਦੋ ਦੋ ਆਦਮੀਆਂ ਵਰਗੇ ਮੋਟੇ ਪਏ ਨੇ, ਲੜਨ ਨੂੰ ਤਕੜੇ ਨੇ ਕਰਨਾ। ਇਹ ਬਹੁਤ ਸੁਣਾਉਂਦਾ ਗੱਲਾਂ। ਜੀ ਹੁਣ ਜਿਹੜਾ ਹਲ ਬਾਹੂ ਜ਼ਮੀਨ ਤਾਂ ਉਸੇ ਦੀ ਹੋਊ। ਸੱਤ ਹੈ ਸਤਿ ਸ੍ਰੀ ਅਕਾਲ। ਅੱਗੇ ਤਾਂ ਉਹ ਜ਼ਮੀਨ ਸੀ ਕਿਸੇ ਨੂੰ ਉਸੇ ਤੇ ਦੇਈ ਜਾਓ, ਜੀ ਮਹਾਰਾਜ ਕਿਸੇ ਨੂੰ ਕਿਵੇਂ ਜਾਂ। ਹੁਣ ਜਿਹੜਾ 5-4 ਸਾਲ ਬਾਹਰਲੇ ਨਾ ਜੀ ਮਹਾਰਾਜ ਨਾ ਹਿੱਸਾ ਦੇਵੇ ਨਾ ਜ਼ਮੀਨ ਦੇਵੇ, ਸੱਤ ਹੈ ਤੇ ਇਸ ਕਰਕੇ ਫਿਰ ਉਹੀ ਜ਼ਿੰਮੇਵਾਰ ਹੁੰਦਾ ਜਿਹਦੇ ਨਾਲ ਗਦਾਰੀ ਹੋ ਜਾਏ। ਜੀ ਮਹਾਰਾਜ ਸਰਕਾਰ ਕਹਿੰਦੀ ਇਹ ਬਹੁਤਾ ਤੇਰੇ ਕੋਲ ਤਾਂ ਅੱਗੇ ਬਥੇਰੀ ਹੈ ਬਸ। ਹਾਂਜੀ ਸਾਰਾ ਜੋ ਅਕਲ ਮਹਾਜਨੋਂ ਜ਼ਿਆਦਾ ਹੈ। ਜੀ ਮਹਾਰਾਜ ਅਕਲ ਮਹਾਜਮਾਂ ਨੂੰ ਜ਼ਿਆਦਾ ਸਾਰਿਆਂ ਤੋਂ। ਜੀ ਮਹਾਰਾਜ ਕਹਿੰਦਾ ਇੱਕ ਬਾਣੀਆਂ ਇੱਕ ਸਾਬਣ ਦੀ ਟਿੱਕੀ ਲੈ ਕੇ ਕੱਪੜੇ ਧੋਣ ਚ ਲੈ ਗਿਆ, ਜੀ ਮਹਾਰਾਜ ਤੇ ਉਸ ਨੇ ਕੁੰਡ ਤੇ ਧਰਤੀ। ਉਹ ਜੀ ਕੁੰਡ ਤੇ ਧਰ ਦਿੱਤੀ ਤੇ ਕੁੰਡ ਸਾਫ਼ ਕਰਨ ਲੱਗਿਆ ਤਾਂ ਕਾਂ ਲੈ ਗਿਆ ਉਹਨੂੰ ਐਂ ਚੁੰਝ ਮਾਰ ਕੇ ਚੱਕ ਕੇ। ਜੀ ਮਹਾਰਾਜ ਕਾਂ ਲੈ ਗਿਆ ਤਾਂ ਫਿਰ ਉਹਨੇ ਬਾਣੀ ਨੇ ਕਿਹਾ ਵੀ ਇੰਨਾ ਘਾਟਾ ਤਾਂ ਅਸੀਂ ਕਦੇ ਪਾਇਆ ਨਹੀਂ। ਜੀ ਮਹਾਰਾਜ ਤੇ ਦਲੀਲਾਂ ਬੜੀਆਂ ਦੜਾਈਆਂ। ਜੀ ਮਹਾਰਾਜ ਫਿਰ ਉਹ ਇੱਕ ਥੈਲੇ ਦੀ ਲਿਆ ਦਹੀਂ, ਜੀ ਦਹੀਂ ਲਿਆ ਕੇ ਉਹ ਕੁੰਡ 'ਚ ਪੈ ਗਿਆ ਬਾਣੀਆਂ। ਜੀ ਮਹਾਰਾਜ ਇਹ ਆ ਹਾਂਜੀ ਤੇ ਕੋਈ ਛੱਟੇ ਦਾ ਮਾਰ ਤਾਂ ਹੈ ਹੀ ਇੱਥੇ। ਕਾਂ ਇੱਥੇ ਬੈਠਦਾ ਹੁੰਦਾ, ਪਸ਼ੂ ਦੇ ਵੀ ਬੈਠੂ ਬੰਦੇ ਦੇ ਵੀ ਜੇ ਜਿਉਂਦਾ ਉਹ ਤਾਂ ਐਂ ਕਰੂ। ਹਾਂਜੀ ਤੇ ਇੱਥੇ ਐਂ ਛਿੱਟੇ ਮਾਰਦਾ 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 ਮੂੰਹ ਟੰਡ ਕੇ ਮੂੰਹ 'ਚ ਬੁੱਟੀ ਪਾ ਲਈ ਉਹ ਦਹੀਂ ਦੀ। ਇਹ ਆ ਮਰ ਗਿਆ, ਐਂ ਪੈ ਗਿਆ ਕਾਂ। ਉਹੀ ਆ ਫਿਰ ਜੀ ਉਹ ਕਾਂ ਨੇ ਆ ਕੇ ਪੈਰ ਤੇ ਬੈਠਾ, ਉਹਨੇ ਬਿਲਕੁਲ ਸਾਹ ਲਿਆ। ਐਂ ਕਰਦਾ ਕਰਦਾ ਬੂਟੀ ਦੇ ਜਿਹਦੇ ਚ ਬੂਟੀ ਚ ਮਾਰਿਆ, ਇਹ ਐਂ ਚੁੰਝ ਉੱਥੇ ਹੀ ਦਬਲੀ ਕਾਂ ਨੇ। ਬਸ ਫੇਰ ਕਾਂ ਕਹਿੰਦਾ ਕਿ ਹੁਣ ਮੈਂ ਮਰਤਾ ਜਾਣਾ ਹੀ ਹੈ, ਤੂੰ ਦੱਸ ਤਾਂ ਦੇ ਵੀ ਤੂੰ ਕਿਹੜੀ ਜਾਤ ਦਾ ਹੈ, ਮਾੜੀ ਜਾਤ ਤੋਂ ਨਾ ਮਰਾਂ। ਉਹ ਕਹਿੰਦਾ ਕਰੜੂ ਵੀ ਕਰਿਆਣਾ ਮੈਂ। ਉਹ ਜਾੜ ਨਹੀਂ ਖੋਲੀ ਵੀ ਭੱਜੂਏ। ਉਹ ਖਜਰਾ ਕਾਂ ਵੀ ਖਜਰਾ ਸੀ। ਉਹ ਨਾਲੇ ਦਾ ਫਿਰ ਉਹ ਆਪਣਾ ਉਹ ਜਾ ਕੇ ਉਹ ਲਿਆ, ਟਿੱਕੀ ਵੀ ਲਿਆ ਲਈ। ਇਸ ਤਰ੍ਹਾਂ ਦੱਸਦੇ ਨੇ ਵੀ ਰਾਜਨੀਤੀ ਵਾਲਿਆਂ 'ਚ ਇਹ ਬਾਣੀਆਂ ਖਚਰਾ ਹੁੰਦਾ। ਤੇ ਇੱਕ ਬਾਣੀਆਂ ਚੱਲਿਆ ਰਾਹੇਰਾ ਆਉਂਦਾ ਸੀ। ਇਹ ਉੱਥੇ ਖੂਹੀ ਸੀ, ਉੱਥੇ 4 ਜੱਟ ਬੈਠੇ ਹੜ ਜੇੜ ਦਾ ਮਹੀਨਾ। ਤੇ ਉਸਨੇ ਕਿਹਾ ਵੀ ਰੋਹੀ ਹੈਗੀ ਪਿੰਡ ਨੇੜੇ ਕੋਈ ਨਹੀਂ। ਤੇ ਉਹਨੇ ਜਾ ਕੇ ਜੀ ਆਪਣੇ ਬਾਣੀਆਂ ਨੇ 100 ਦਾ ਨੋਟ 4 ਜੱਟਾਂ ਨੂੰ, ਲਓ ਜੀ ਚਾਰਾਂ ਨੂੰ ਦੇਤਾ। ਕਹਿੰਦਾ ਕਿ ਲਾਲਾ ਜੀ ਇਹ ਕਿਹਾ, ਕਹਿੰਦਾ ਮਹਾਰਾਜ ਅਸੀਂ ਤੁਹਾਡਾ ਦੁਸ਼ਮਣ ਚੋਰਾਂ ਦਾ ਸੁਖਦੇ ਹੁੰਦੇ ਆ।
ਤੇ ਅਸੀਂ ਤੈਨੂੰ 6 ਮਹੀਨੇ ਹੋ ਗਏ ਪਾਲਦੇ ਨੂੰ ਤੁਹਾਨੂੰ ਅੱਜ ਹੁਣ ਦਰਸ਼ਨ ਹੋਏ ਨੇ ਉਹ ਫਿਰ ਉਹਨਾਂ ਨੇ ਜੇਬ ਚ ਪਾ ਲਏ ਵੀ ਐਵੇਂ ਡਰਦਾ ਤੇ ਨਹੀਂ ਜਾਂਦਾ ਜੇਬ ਚ ਪਾਏ ਹੋਏ ਤੇ ਫਿਰ ਉਹ ਨਿਕਲੂ ਤੁਰ ਕੇ ਕਹਿੰਦਾ ਲਓ ਮਹਾਰਾਜ ਮੇਰੇ ਗੱਲ ਯਾਦ ਆ ਗਈ 6 ਮਹੀਨੇ ਆ ਲੈ ਲਓ ਮੇਰੀ ਰਸੀਦ ਤੇ ਮੇਰੀ ਫਲਾਣੇ ਸ਼ਹਿਰ ਚ ਦੁਕਾਨ ਹੈ ਨਾ ਇੰਨੇ ਨੰਬਰ ਤੇ ਹੈ ਤੇ ਤੁਸੀਂ ਮੈਨੂੰ ਪਾਲਣਾ ਨਾ ਪਾਓ ਉੱਥੇ ਲੈ ਕੇ ਲੈ ਆਇਓ ਕਹਿੰਦੇ ਚੰਗਾ ਉਹ ਪਰਚੀ ਉਹਦੀ ਰੱਖੀ ਉਹਨੇ ਜਦ 6 ਮਹੀਨੇ ਹੋਏ ਚਾਰੇ ਇਕੱਠੇ ਹੋ ਕੇ ਚਲੋ ਘਰਾੜ ਤੇ ਰੱਖੇ ਤਾਂ ਦਸਵੰਧ ਲਈ ਕੀ ਉਹਨੇ ਦੇਖ ਕੇ ਲਾਲਾ ਦੁਕਾਨ ਤੋਂ ਉੱਠਿਆ ਪੈਰੀਂ ਹੱਥ ਲਾ ਮਹਾਰਾਜ ਮੈਂ ਤਾਂ ਆਪ ਗਈ ਢੀਕਦਾ ਸਾਂ ਲਿਆਓ ਮੁੰਡਾ ਸੋਡਾ ਬੱਟਾ ਲਿਆਂਦਾ ਤੇ ਆਇਆ ਉਹਨਾਂ ਨੂੰ ਕਹਿੰਦਾ ਚਲੋ ਜੀ ਸੁਣਾ ਦਿਆਂਗੇ ਦਸਵੰਧ ਇਸ਼ਨਾਨ ਕਰੋ ਨਾ ਤੁਹਾਨੂੰ ਰੋਟੀ ਖਵਾਵਾਂਗੇ ਆਪਣੇ ਘਰ ਲੈ ਗਏ ਇੱਕ ਕਮਰੇ ਚਾਰੇ ਬਿਠਾਤੇ ਬਾਹਰੋਂ ਆਏ ਫੜ ਕੇ ਕੁੰਡਾ ਢਾਤਾ ਕਹਿੰਦਾ ਲਾਲਾ ਇਹ ਕੀ ਕਹਿੰਦਾ ਥੋਥੇ ਟੂਈ ਘਟਾ ਲੈਂਦੇ ਕਹਿੰਦਾ 24 ਰੁਪਏ ਸੈਂਕੜੇ ਦਾ ਵਿਆਜ ਲਵਾਂ ਤੇ ਨਾਲੇ ਸੋਡੇ ਬਟਰ ਦਾ ਪਾਣੀ